पता ना लगे सतगुरु जी की बाणी कहती की है, उदों तक बाणी का सतनाम करता पुरख निर्भव निर्वैर अकाल मूरत आजुनी सैभं गुर प्रसाद जप आद सच जुगाद सच है भी सच नानक होसी भी सच तुम्हारी महिमा अपर अपारा जांगो लेहो न किन्हु पारा देव देव राजन के राजा दीन दयाल गरीब निवाजा मूक उचरै शास्त्र खट पिंग गिरन चढ़ जाए अंध लखो बतरो सुनै जो काल कृपा कराए कहाँ बुद्ध प्रभ तुच्छ हमारी बरन सके महिमा जो तिहारी हम न सकत कर सिफत तुम्हारी आप ले हो तुम कथा सुधारी। राजन राज बानान बान देवान देव उपमा महान गुरुआं दी गुरु ਸਾਹਿਬ श्री गुरु ग्रंथ ਸਾਹਿਬ जी दी पावन पवित्र गोद दे विच बैठ के गुरु घर दे कीर्तनियां दे कोलों रस पिंडड़ा मनोहर कीर्तन भगत कबीर जी का उच्चारण किया होया शब्द पूजो राम एक ही देवा साचा नावन गुर की सेवा बड़े वजन के विच आप जी नूं सरवण करा रहे सन। गुरु की गोद का निग बाणी का रस मान रही गुरु प्यारी गुरु सवारी साध संगत जी बाणी की विचार के नाल आपां जुड़िए। उस तो पहला मेरे कलगीधर सच्चे पातशाह जी के कोलों बख्शिश के विच मिली हुई फतेह सारे ही प्यार सत्कार निमरता के नाल गज वज के बुलंद करो। वाहिगुरु जी का खालसा वाहिगुरु जी की फतेह। गुरमुख प्यारे जितने भी आपां गुरु की गोद दे विच बैठे हाँ इस गल नूं भली भांत जानते हाँ कि मनुखा जीवन कादे लई मिलिया। 184 जौन सबाई मानस गोप्रभ दी वडियाई इस पौड़ी ते जो नर चुकै आए जाए दुख पाइंदा। कई जन्म पे कीट पतंगा कई जन्म गजमीन कुरंगा कई जन्म पंखी सर्प होयो कई जन्म है वर वृक्ष जोयो मिल जगदीश मिलन की बरिया चरण काल एहते संजरिया। मेरे गुरु पातशाह कहंदे बंदिया 84 लाख जून दे विचों घूमदा घूमदा तैनूं मनुखा जीवन मिलिया है अते कहंदे इस वास्ते मिलिया है कि तू इस मनुखा जीवन दे विच परमात्मा की प्राप्ति कर ला। ते दास बेनती करे गुरु ग्रंथ साहिब जी की बाणी के अंदर मेरे गुरु पातशाह ने जिन्नी भी बाणी अंगत की तकरीबन रब नूं मिलण की गल उन्होंने की अते शब्दां दे अंदर गुरु साहब ने रब नूं किवें मिलिया जा सकता है उसका भी बड़े विस्तार पूर्वक
ਬਾਰ-ਬਾਰ ਗੁਰੂ ਸਾਹਿਬ ਨੇ ਬਾਣੀ ਦੇ ਅੰਦਰ ਜ਼ਿਕਰ ਕੀਤਾ ਹੈ। ਦਾਸ ਦੀ ਦ੍ਰਿਸ਼ਟੀ ਗੋਚਰੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਇੱਕ ਉਚਾਰਨ ਕੀਤਾ ਹੋਇਆ ਸ਼ਬਦ ਆਇਆ, ਜਿਹਦੇ ਵਿੱਚ ਉਹਨਾਂ ਨੇ ਆਖਿਆ, ਬੰਦਿਆ ਤੈਨੂੰ ਇਸ ਢੰਗ ਨਾਲ ਵੀ ਰੱਬ ਮਿਲ ਸਕਦਾ ਹੈ। ਸਤਸੰਗੀ ਜਨੋ, ਪਰਮਾਤਮਾ ਨੇ ਮਨੁੱਖ ਦੀ ਬਣਤਰ ਬੜੇ ਅਦੁੱਤੀ ਢੰਗ ਨਾਲ ਕੀਤੀ ਹੋਈ ਹੈ। ਜਦੋਂ ਮਨੁੱਖ ਦੇ ਜੀਵਨ ਤੇ ਝਾਤ ਮਾਰੋ ਤਾਂ ਇਹ ਇਨਸਾਨ ਕੁਝ ਅੰਦਰ ਹੈ, ਇਹ ਇਨਸਾਨ ਕੁਝ ਬਾਹਰ ਹੈ। ਇਹ ਮਨੁੱਖ ਦੀ ਕੁਝ ਦੁਨੀਆ ਬਾਹਰ ਦੀ ਹੈ ਅਤੇ ਇਸ ਮਨੁੱਖ ਦੀ ਕੁਝ ਦੁਨੀਆ ਅੰਦਰ ਦੀ ਹੈ। ਜਿਵੇਂ ਕਿ ਅਸੀਂ ਸਵਾਸ ਇੱਕ ਅੰਦਰ ਲਿਜਾਂਦੇ ਹਾਂ, ਦੂਜਾ ਸਵਾਸ ਬਾਹਰ ਕੱਢਦੇ ਹਾਂ। ਸਵਾਸ ਅਸੀਂ ਅੰਦਰ ਲਿਜਾਈ ਜਾਈਏ, ਬਾਹਰ ਨਾ ਕੱਢੀਏ ਤਾਂ ਵੀ ਇਨਸਾਨ ਜੀਵਤ ਨਹੀਂ ਰਹੇਗਾ। ਇਸ ਦੇ ਵਿਪਰੀਤ ਸਵਾਸ ਬਾਹਰ ਕੱਢੀ ਜਾਈਏ ਤਾਂ ਵੀ ਇਨਸਾਨ ਜੀਵਤ ਨਹੀਂ ਰਹਿ ਸਕਦਾ। ਇੱਥੋਂ ਇੱਕ ਗੱਲ ਬਿਲਕੁਲ ਸਪਸ਼ਟ ਕਿ ਇਹ ਇਨਸਾਨ ਕੁਝ ਅੰਦਰ, ਇਹ ਇਨਸਾਨ ਕੁਝ ਬਾਹਰ, ਅਤੇ ਇਹ ਇਨਸਾਨ ਦੇ ਅੰਦਰ ਦੀ ਹਵਾ ਦਾ ਬਾਹਰ ਦੀ ਹਵਾ ਦੇ ਨਾਲ ਬੜਾ ਗੂੜਾ ਸੰਬੰਧ ਹੈ। ਸਰੀਰ ਦੇ ਅੰਦਰ ਦੇ ਪਾਣੀ ਦਾ ਵੀ ਬਾਹਰ ਦੇ ਪਾਣੀ ਦੇ ਨਾਲ ਪੂਰਾ ਤਾਲਮੇਲ ਹੈ। ਸਰੀਰ ਦੇ ਅੰਦਰ ਜੋ ਅਗਨੀ ਹੈ, ਉਸ ਅਗਨੀ ਦਾ ਵੀ ਬਾਹਰ ਦੀ ਅਗਨੀ ਦੇ ਨਾਲ ਪੂਰਾ ਸੰਬੰਧ ਹੈ। ਅਤੇ ਸਰੀਰ ਦੇ ਅੰਦਰ ਸਰੀਰ ਦੀ ਜੋ ਇਹ ਮਿੱਟੀ ਹੈ, ਇਸ ਮਿੱਟੀ ਦਾ ਵੀ ਬਾਹਰ ਦੀ ਮਿੱਟੀ ਦੇ ਨਾਲ ਪੂਰਾ ਸੰਬੰਧ ਹੈ। ਕਿਉਂਕਿ ਗੁਰੂ ਸਾਹਿਬ ਨੇ ਬਾਣੀ 'ਚ ਕਹਿ ਦਿੱਤਾ, ਪੰਜ ਤੱਤ ਕਰ ਸ੍ਰਿਸ਼ਟ ਸਭ ਸਾਜੀ। ਪੰਜ ਤੱਤ ਦੇ ਨਾਲ ਸਾਰੀ ਸ੍ਰਿਸ਼ਟੀ ਪੈਦਾ ਕੀਤੀ। ਉਹ ਪੰਜ ਤੱਤ ਹਨ ਧਰਤੀ, ਆਕਾਸ਼, ਹਵਾ, ਪਾਣੀ, ਅਗਨੀ। ਸਤਸੰਗੀ ਜਨੋ, ਪਰ ਗੁਰੂ ਸਾਹਿਬ ਨੇ ਇਹ ਵੀ ਗੱਲ ਕਹਿ ਦਿੱਤੀ, ਜੋ ਬ੍ਰਹਮੰਡੇ ਸੋਈ ਪਿੰਡੇ। ਕਹਿੰਦੇ ਬੰਦਿਆ ਇੱਕ ਗੱਲ ਦਾ ਧਿਆਨ ਰੱਖੀ, ਜੋ ਕੁਝ ਵੀ ਤੈਨੂੰ ਬ੍ਰਹਮੰਡ ਦੇ ਵਿੱਚ ਨਜ਼ਰ ਆ ਰਿਹਾ ਨਾ, ਕਹਿੰਦੇ ਉਹ ਸਾਰਾ ਕੁਝ ਤੇਰੇ ਪਿੰਡ ਭਾਵ ਤੇਰੇ ਅੰਦਰ ਵੀ ਹੈ। ਤੇ ਗੁਰੂ ਸਾਹਿਬ ਨੇ ਇਹ ਵੀ ਕਹਿ ਦਿੱਤਾ, ਜੋ ਖੋਜੈ ਸੋ ਪਾਵੈ। ਕਹਿੰਦੇ ਜਿਹੜਾ ਉਸ ਦੀ ਤਲਾਸ਼ ਕਰੇਗਾ, ਜਿਹੜਾ ਉਸ ਨੂੰ ਢੂੰਡੇਗਾ, ਕਹਿੰਦੇ ਉਹਨੂੰ ਉਹ ਪ੍ਰਾਪਤ ਹੋ ਜਾਵੇਗਾ। ਤੇ ਦਾਸ ਸਾਹਿਬ ਜੀ ਨੂੰ ਬੇਨਤੀ ਕਰੇ, ਪਿਆਰਿਓ, ਜੇ ਤਾਂ ਸਿਰਫ ਤੇ ਸਿਰਫ ਸੰਸਾਰ ਨੂੰ ਮਿਲਣਾ, ਸਾਨੂੰ ਬਾਹਰ ਦੀ ਯਾਤਰਾ ਕਰਨੀ ਪਵੇਗੀ। ਤਾਂ ਜੇ ਨਿਰੰਕਾਰ ਦੀ ਪ੍ਰਾਪਤੀ ਕਰਨੀ ਹੈ, ਫਿਰ ਸਾਨੂੰ ਅੰਦਰ ਦੀ ਯਾਤਰਾ ਕਰਨੀ ਪਵੇਗੀ। ਤੇ ਦੁਖਾਂਤ ਕਈ ਵਾਰੀ ਇਹ ਵਾਪਰ ਜਾਂਦਾ ਕਿ ਅਸੀਂ ਪਰਮਾਤਮਾ ਦੀ ਪ੍ਰਾਪਤੀ ਦੇ ਵਾਸਤੇ ਵੀ ਬਾਹਰ ਦੀ ਹੀ ਯਾਤਰਾ ਕਰੀ ਜਾਂਦੇ ਹਾਂ। ਜਿਹੜਾ ਸ਼ਬਦ ਕਬੀਰ ਜੀ ਦਾ ਪੜ੍ਹਿਆ, ਅਸਲ ਦੇ ਵਿੱਚ ਉਹਦੇ ਵਿੱਚ ਵੀ ਇਹੀ ਗੱਲ ਸਮਝਾਈ ਕਿ ਬੰਦਿਆ, ਤੂੰ ਬਾਹਰ ਦਾ ਸਾਰਾ ਕੁਝ ਕਰੀ ਜਾ ਰਿਹਾ ਹੈ, ਤੂੰ ਇਹ ਸਾਰਾ ਕੁਝ ਅੰਦਰ ਕਰਕੇ ਤਾਂ ਦੇਖ, ਅੰਦਰੋਂ ਤਾਂ ਤੂੰ ਮੁੜ ਕੇ ਦੇਖ। ਅਤੇ ਗੁਰੂ ਸਾਹਿਬ ਨੇ ਸਾਰੀ ਅੰਦਰ ਦੀ ਯਾਤਰਾ ਦੀ ਗੱਲ ਕੀਤੀ ਹੈ। ਮੇਰੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਜੋ ਸ਼ਬਦ ਦਾਸ ਦੇ ਦ੍ਰਿਸ਼ਟੀ ਗੋਚਰੇ ਆਇਆ, ਉਹਦੀ ਵਿਚਾਰ ਮੈਂ ਆਪ ਜੀ ਨਾਲ ਪ੍ਰਾਰੰਭ ਕਰਾਂ। ਉਸ ਤੋਂ ਪਹਿਲਾਂ ਸ਼ਬਦ ਦੀ ਥੋੜੀ ਜਿਹੀ ਭੂਮਿਕਾ ਬਣ ਜਾਏ। ਭੂਮਿਕਾ ਬਣਾਈ ਜਾਏਗੀ ਸਤਸੰਗੀ ਜਨੋ ਇਤਿਹਾਸ ਦੇ ਮੁਤਾਬਕ, ਤਾਂ ਕਿ ਉਹ ਸ਼ਬਦ ਸਾਡੀ ਸਮਝ ਦੇ ਵਿੱਚ ਚੰਗੀ ਤਰ੍ਹਾਂ ਆ ਸਕੇ। ਕਿਉਂਕਿ ਜੇਕਰ ਸਿੱਧਾ ਸ਼ਬਦ, ਜਿਵੇਂ ਗੁਰਮੁਖ ਪਿਆਰਿਆਂ ਨੇ ਕਿਹਾ ਸੀ ਨਾ, ਹਟਣ ਲੱਗੇ, ਕਹਿੰਦੇ ਠੀਕ ਹੈ ਕਲਯੁਗ ਮੈਂ ਕੀਰਤਨ ਪ੍ਰਦਾਨਾ ਹੈ, ਪਰ ਜਿੰਨਾ ਚਿਰ ਬਾਣੀ ਦੀ ਸਮਝ ਨਾ ਆਵੇ, ਮੈਂ ਆਪ ਜੀ ਨੂੰ ਦੋ ਬੇਨਤੀਆਂ ਕਰ ਦੇਵਾਂ ਇੱਥੇ, ਉਨੀ ਦੇਰ ਤੱਕ ਬੰਦਾ ਸ਼ੁੱਧ ਬਾਣੀ ਵੀ ਨਹੀਂ ਪੜ੍ਹ ਸਕਦਾ, ਤੇ ਦੂਜੀ ਗੱਲ ਸਤਸੰਗੀਆਂ ਨੂੰ ਉਨੀ ਦੇਰ ਤੱਕ ਜ਼ਿਆਦਾ ਜੁੜ ਵੀ ਨਹੀਂ ਸਕਦਾ। ਦੋਨੋਂ ਗੱਲਾਂ ਹਨ। ਜਦੋਂ ਬੰਦੇ ਨੂੰ ਸਮਝ ਆਉਂਦੀ ਹੈ ਨਾ ਕਿ ਜਦੋਂ ਆਹ ਲਫ਼ਜ਼ ਐਵੇਂ ਪੜ੍ਹਿਆ ਇਹਦੇ ਅਰਥ ਇਹ ਬਣ ਜਾਣਗੇ, ਜਦੋਂ ਇਸੇ ਸ਼ਬਦ ਨੂੰ ਇਸ ਢੰਗ ਨਾਲ ਪੜ੍ਹਿਆ ਤੇ ਇਹਦੇ ਅਰਥ ਇਹ ਬਣ ਜਾਣਗੇ। ਮੈਂ ਆਪ ਜੀ ਨੂੰ ਥੋੜਾ ਜਿਹਾ ਉਹ ਦ੍ਰਿਸ਼ਟਾਂਤ ਦੇ ਕੇ ਅੱਗੇ ਚੱਲਦਾ। ਇਤਿਹਾਸ ਦੇ ਵਿੱਚੋਂ ਹੀ 6ਵੇਂ ਪਾਤਸ਼ਾਹ ਜੀ ਦੇ ਵਕਤ ਦਾ ਜ਼ਿਕਰ ਆਉਂਦਾ। ਬਾਣੀ ਸ਼ੁੱਧ ਤੇ ਅਰਥ ਕਿਵੇਂ ਸਮਝ ਆਉਂਦੇ ਹਨ। 6ਵੇਂ ਪਾਤਸ਼ਾਹ ਘੋੜੇ ਤੇ ਚੜ੍ਹੇ ਜਾ ਰਹੇ ਸਨ ਤੇ ਸਿੱਖ ਇੱਕ ਬੈਠਾ ਦੱਖਣੀ ਓਂਕਾਰ ਦਾ ਪਾਠ ਕਰ ਰਿਹਾ ਸੀਗਾ। ਤੇ ਆਪ ਜੀ ਦੀ ਗਿਆਤ ਵਾਸਤੇ ਬੇਨਤੀ ਕਰਦੇ ਹਾਂ, ਜਦੋਂ ਕਲਗੀਧਰ ਸੱਚੇ ਪਾਤਸ਼ਾਹ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ, ਉਸ ਤੋਂ ਪਹਿਲਾਂ ਵੀ ਗੁਰੂ ਘਰ ਦੇ ਅੰਦਰ ਪੰਜ ਬਾਣੀਆਂ ਦਾ ਨਿਤਨੇਮ ਕੀਤਾ ਜਾਂਦਾ ਸੀ। ਪਰ ਉਹ ਪੰਜ ਬਾਣੀਆਂ ਪਤਾ ਕਿਹੜੀਆਂ ਸਨ? ਜਪਜੀ ਸਾਹਿਬ, ਆਨੰਦ ਸਾਹਿਬ, ਸੁਖਮਨੀ ਸਾਹਿਬ, ਦੱਖਣੀ ਓਂਕਾਰ ਤੇ ਸਿੱਧ ਗੋਸ਼ਟ। ਸਤਸੰਗੀ ਜਨੋ, ਜਿਹੜੀ ਇੱਕ ਪੰਜ ਗ੍ਰੰਥੀ ਪੋਥੀ ਹੈ, ਉਹ ਪੰਜ ਬਾਣੀਆਂ ਸਤਸੰਗੀ ਜਨੋ ਉਹ ਪੜ੍ਹੀਆਂ ਜਾਂਦੀਆਂ ਸਨ। ਤਾਂ ਉਹਦੇ ਵਿੱਚੋਂ ਉਹ ਦੱਖਣੀ ਓਂਕਾਰ ਦਾ ਪਾਠ ਕਰ ਰਿਹਾ ਸੀਗਾ। ਤੇ ਜਦੋਂ ਪਾਠ ਕਰ ਰਿਹਾ ਸੀਗਾ, ਬਾਣੀ ਦੇ ਵਿੱਚ ਆਂਦਾ, ਕਰਤੇ ਕੀ ਮਿਤ ਕਰਤਾ ਜਾਣੇ, ਕਹਿ ਜਾਣੇ ਗੁਰ ਸੂਰਾ,
ਸਿੱਖ ਪਾਠ ਪਤਾ ਕੀ ਕਰ ਰਿਹਾ ਸੀਗਾ? ਕਰਤੇ ਕੀਮਤ ਕਰਤਾ ਜਾਣੇ ਕੇ ਜਾਣੇ ਗੁਰਸੂਰਾ। ਆਮ ਬੰਦੇ ਨੂੰ ਇਹ ਵੀ ਨਹੀਂ ਪਤਾ ਲੱਗਿਆ ਹੋਇਆ ਮੈਂ ਫਰਕ ਕੀ ਪਿਆ। ਉੱਥੇ ਕੈ ਪਾਵ ਕੱਕੇ ਦੇ ਉੱਪਰ ਦੁਰਾਈਆਂ ਤੇ ਉਹ ਪੜ੍ਹ ਰਹੇ ਸੀ ਕੇ, ਲਾਮ ਇੱਕ ਪੜ੍ਹ ਰਿਹਾ ਸੀ। ਛੇਵੇਂ ਪਾਤਸ਼ਾਹ ਨੇ ਸਿੱਖ ਨੂੰ ਭੇਜਿਆ, ਕਹਿੰਦੇ ਜਾ ਉਹਦੇ ਮੂੰਹ ਤੇ ਥੱਪੜ ਮਾਰ ਕੇ ਆ। ਮੇਰਾ ਇਹ ਟੌਪਿਕ ਨੇ ਵੈਸੇ ਗੱਲ ਸਾਹਮਣੇ ਆ ਗਈ ਕਿ ਬਾਣੀ ਸ਼ੁੱਧ ਪੜਨ ਦਾ ਤੇ ਅਰਥ ਦਾ ਪਤਾ ਹੋਣ ਦਾ ਕਿੰਨਾ ਅੰਤਰ ਪੈ ਜਾਂਦਾ। ਉਹ ਸਿੱਖ ਗਿਆ, ਉਹਨੇ ਥੱਪੜ ਮਾਰਿਆ। ਗੁਰੂ ਪਾਤਸ਼ਾਹ ਚਲੇ ਗਏ। ਇੱਕ ਦਿਨ ਬੈਠੇ ਗੁਰੂ ਸਾਹਿਬ, ਉਹ ਜਿਹਦੇ ਮੂੰਹ ਤੇ ਥੱਪੜ ਵੱਜਿਆ ਸੀ, ਸ਼ਾਮ ਨੂੰ ਦੀਵਾਨ ਸਜਿਆ। ਉਹ ਸੰਗਤ ਵਿੱਚ ਆ ਕੇ ਕਹਿੰਦਾ, ਸੱਚੇ ਪਾਤਸ਼ਾਹ ਤੁਹਾਡੇ ਬੰਦੇ ਨੇ, ਤੁਹਾਡੇ ਸਿੱਖ ਨੇ ਆ ਕੇ ਮੇਰੇ ਥੱਪੜ ਮਾਰਿਆ। ਮੈਂ ਤਾਂ ਬਾਣੀ ਪੜ੍ਹ ਰਿਹਾ ਸੀਗਾ, ਕਿ ਇਹਨੇ ਬਾਣੀ ਦੀ ਨਰਾਦਰੀ ਨਹੀਂ ਕੀਤੀ। ਛੇਵੇਂ ਪਾਤਸ਼ਾਹ ਕਹਿੰਦੇ, ਪਿਆਰਿਆ ਜਿਹੜਾ ਤੂੰ ਮੇਰੇ ਮੂੰਹ ਤੇ ਥੱਪੜ ਮਾਰਿਆ ਸੀ ਉਹ ਤੈਨੂੰ ਨਜ਼ਰ ਨਹੀਂ ਸੀ ਆਉਂਦੇ। ਉਹਨੇ ਚਰਨ ਪਕੜੇ, ਕਹਿੰਦਾ ਸੱਚੇ ਪਾਤਸ਼ਾਹ ਮੇਰੀ ਕੀ ਔਕਾਤ ਕਿ ਮੈਂ ਤਾਂ ਸੋਚ ਵੀ ਨਹੀਂ ਸਕਦਾ ਜਿਹੜੀ ਗੱਲ ਆਪ ਜੀ ਕਰ ਰਹੇ ਹੋ ਕਿ ਆਪ ਜੀ ਦੇ ਮੂੰਹ ਤੇ ਥੱਪੜ। ਉਹ ਕਹਿੰਦੇ ਪਾਠ ਕੀ ਕਰ ਰਿਹਾ ਸੀਗਾ? ਕਹਿੰਦੇ ਜੀ ਕਰਤੇ ਕੀਮਤ ਕਰਤਾ ਜਾਣੇ ਕੇ ਜਾਣੇ ਗੁਰਸੂਰਾ। ਹੁਣ ਮੈਂ ਆਪ ਜੀ ਨੂੰ ਬੇਨਤੀ ਕਰਾਂ, ਜਦੋਂ ਪਾਠ ਬੰਦਾ ਪੜ੍ਹਦਾ ਕਰਤੇ ਕੀਮਤ ਕਰਤਾ ਜਾਣੇ ਕਹਿ ਜਾਣੇ ਗੁਰਸੂਰਾ, ਇਹਦੇ ਅਰਥ ਇਹ ਹਨ ਕਿ ਰੱਬ ਦੀ ਕੀਤੀ ਨੂੰ ਰੱਬ ਜਾਣਦਾ ਹੈ ਜਾਂ ਗੁਰੂ ਸੂਰਮਾ ਜਾਣਦਾ ਹੈ। ਪਰ ਜਦੋਂ ਕੇ ਪੜ੍ਹ ਦਿੱਤਾ ਜਾਂਦਾ ਨਾ ਤੇ ਇਹਦੇ ਅਰਥ ਪਤਾ ਕੀ ਬਣ ਜਾਂਦੇ ਹਨ ਕਿ ਰੱਬ ਦੀ ਕੀਤੀ ਨੂੰ ਰੱਬ ਤਾਂ ਜਾਣਦਾ, ਗੁਰੂ ਕੀ ਜਾਣਦਾ ਹੈ। ਕਿੰਨਾ ਅੰਤਰ ਪੈ ਗਿਆ ਸਤਸੰਗੀ ਜਨੋ। ਤੇ ਛੇਵੇਂ ਪਾਤਸ਼ਾਹ ਕਹਿੰਦੇ, ਪਿਆਰਿਆ ਤੂੰ ਪਾਠ ਕਰ ਰਿਹਾ ਸੀ ਕਰਤੇ ਕੀਮਤ ਕਰਤਾ ਜਾਣੇ ਕੇ ਜਾਣੇ ਗੁਰਸੂਰਾ, ਕਿ ਗੁਰੂ ਸੂਰਮਾ ਜਾਣਦਾ ਕੀ ਹੈ। ਇਸ ਕਰਕੇ ਗੁਰਮੁਖ ਪਿਆਰੇ ਕਹਿ ਰਹੇ ਸਨ, ਮੈਂ ਇਸ ਕਰਕੇ ਬੇਨਤੀ ਕਰਾਂ ਕਿ ਇੱਕ ਭੂਮਿਕਾ ਬਣ ਜਾਏ। ਬਾਣੀ ਅਸਮਾਨ ਦੀ ਗੱਲ ਹੈ, ਅਸੀਂ ਸੰਸਾਰ ਤੇ ਰਹਿੰਦੇ ਹਾਂ। ਸਿੱਧੀ ਸਿੱਧੀ ਅਸਮਾਨ ਦੀ ਗੱਲ ਸਾਡੀ ਸਮਝ ਦੇ ਵਿੱਚ ਨਹੀਂ ਆਉਂਦੀ ਹੈ ਸਤਸੰਗੀ ਜਨੋ। ਮੇਰੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਜਦੋਂ 2 ਉਦਾਸੀਆਂ ਸੰਪੂਰਨ ਕਰ ਲਈਆਂ, ਜਦੋਂ ਤੀਜੀ ਉਦਾਸੀ ਵਾਸਤੇ ਘਰੋਂ ਚੱਲਣ ਲੱਗੇ ਨਾ, ਮੈਂ ਪਹਿਲੀ ਬੇਨਤੀ ਕੀਤੀ ਹੈ ਕਿ ਜਿਹੜਾ ਸ਼ਬਦ ਅੱਜ ਆਪਾਂ ਵਿਚਾਰ ਕਰਨੀ ਹੈ ਉਹਦੇ ਵਿੱਚ ਢੰਗ ਹੈ ਕਿ ਬੰਦਿਆ ਰੱਬ ਨੂੰ ਕਿਵੇਂ ਮਿਲ ਸਕਦਾ ਹੈ ਤੂੰ। ਤੇ ਬਾਣੀ ਅੰਦਰ ਬੜੇ ਸ਼ਬਦ ਹਨ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਜਦੋਂ 2 ਉਦਾਸੀਆਂ ਸੰਪੂਰਨ ਕਰ ਲਈਆਂ, ਤੀਜੀ ਉਦਾਸੀ ਦੇ ਵਾਸਤੇ ਚੱਲਣ ਲੱਗੇ ਨਾ, ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਮਾਤਾ ਜੀ ਜਗਤ ਮਾਤਾ ਮਾਤਾ ਤ੍ਰਿਪਤਾ ਜੀ ਨੇ ਪਤਾ ਕੀ ਕੀਤਾ ਸੀ? ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਸੁਪਤਨੀ ਮਾਤਾ ਸੁਲੱਖਣੀ ਜੀ ਨੂੰ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਦੋਨੋਂ ਸੁਪੁੱਤਰ ਸ਼੍ਰੀ ਚੰਦ ਜੀ ਤੇ ਲక్ష్ਮੀ ਦਾਸ ਜੀ ਨੂੰ ਸਾਹਮਣੇ ਲਿਆ ਕੇ ਖੜਾ ਕਰਤਾ ਸੀ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਮਾਤਾ ਜੀ ਕਹਿਣ ਲੱਗੇ, ਬੇਟਾ ਨਾਨਕ ਤੁਸੀਂ ਪਰਿਵਾਰ ਵਾਲੇ ਹੋ, ਤੁਸੀਂ ਮਾਂ-ਬਾਪ ਵਾਲੇ ਹੋ, ਤੁਸੀਂ ਬੱਚਿਆਂ ਵਾਲੇ ਹੋ, ਪਤਨੀ ਵਾਲੇ ਹੋ, ਤੇ ਪਰਿਵਾਰ ਦੀ ਦੇਖ ਰੇਖ ਕਰਨਾ ਤਾਂ ਤੁਹਾਡਾ ਇੱਕ ਧਰਮ ਦਾ ਮੁੱਖ ਕਰਤੱਵ ਹੈ ਨਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ, ਮਾਂ ਮੈਂ ਤਾਂ ਜਿੱਥੇ ਜਾਂਦਾ ਹਾਂ, ਜਦੋਂ ਜਾਂਦਾ ਹਾਂ, ਸਾਰਾ ਪਰਿਵਾਰ ਨਾਲ ਹੀ ਲੈ ਕੇ ਜਾਂਦਾ। ਮਾਤਾ ਤ੍ਰਿਪਤਾ ਜੀ ਕਹਿੰਦੇ, ਬੇਟਾ ਨਾਨਕ ਕਦੀ ਕਲਿਆਣ ਦਾਸ ਜੀ ਤੇਰੇ ਨਾਲ ਨਹੀਂ ਗਏ, ਮੈਂ ਤ੍ਰਿਪਤਾ ਕਦੀ ਤੇਰੇ ਨਾਲ ਨਹੀਂ ਗਈ, ਸੁਲੱਖਣੀ ਕਦੀ ਤੇਰੇ ਨਾਲ ਨਹੀਂ ਗਈ, ਬੱਚੇ ਕਦੀ ਤੇਰੇ ਨਾਲ ਨਹੀਂ ਗਏ, ਤਾਂ ਤੂੰ ਕਿਹੜੇ ਪਰਿਵਾਰ ਦੀ ਗੱਲ ਕਰਦਾ? ਮੇਰੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ, ਮਾਂ ਮੈਂ ਤੈਨੂੰ ਇੱਕ ਗੱਲ ਦੱਸਾਂ, ਇਹ ਸਮਝਣ ਦੀ ਗੱਲ ਹੈ, ਪਰ ਮਾਂ ਮੈਂ ਜਦੋਂ ਜਾਂਦਾ ਹਾਂ ਨਾ ਸਾਰਾ ਪਰਿਵਾਰ ਨਾਲ ਲੈ ਕੇ ਜਾਂਦਾ ਹਾਂ। ਇਤਿਹਾਸ ਕੇ ਅੰਦਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਮਾਤਾ ਜੀ ਕਹਿਣ ਲੱਗੇ, ਬੇਟਾ ਨਾਨਕ ਅੱਗੇ ਤਾਂ ਦੁਨੀਆ ਦੇ ਲੋਕ ਤੈਨੂੰ ਪਾਗਲ ਕਹਿੰਦੇ ਸਨ, ਪਰ ਅੱਜ ਤੇਰੀ ਬੋਲਾਂ ਨੂੰ ਸੁਣ ਕੇ ਮੈਨੂੰ ਵੀ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਬੋਲ ਜਿਹੜੇ ਹਨ ਇਹ ਪਾਗਲਾਂ ਵਾਲੇ ਹਨ। ਦਾਸ ਸਾਹਿਬ ਜੀ ਨੂੰ ਬੇਨਤੀ ਕਰੇ, ਤਕਰੀਬਨ ਆਪਾਂ ਸੰਸਾਰੀ ਲੋਕਾਂ ਨੇ ਪਹਿਲੀ ਗੱਲ ਇਹ ਸਮਝ ਲੈਣਾ ਜੋ ਗੁਰੂ ਸਾਹਿਬ ਨੇ ਬਾਣੀ 'ਚ ਕਹੀ ਹੈ। ਕੱਲ ਦਾਸ ਨੇ ਬੇਨਤੀ ਕੀਤੀ ਸੀ, ਦਾਸ ਦੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੀ ਵੀ ਗੱਲ ਕੀਤੀ ਜਾਏ ਉਹਦਾ ਆਧਾਰ ਬਾਣੀ ਬਣਾ ਲਿਆ ਜਾਏ। ਗੁਰੂ ਪਾਤਸ਼ਾਹ ਨੇ ਬਾਣੀ 'ਚ ਕਹਿ ਦਿੱਤਾ, ਕਹਿੰਦੇ ਭਗਤਾਂ ਤੈਂ ਸੰਸਾਰੀਆਂ ਜੋੜ ਕਦੇ ਨਾ ਆਇਆ। ਕਹਿੰਦੇ ਭਗਤਾਂ ਦਾ ਤੇ ਸੰਸਾਰੀਆਂ ਦਾ ਕਦੀ ਆਪਸ ਵਿੱਚ ਜੋੜ ਨਹੀਂ ਆਉਂਦਾ। ਤੇ ਸਵਰਗਵਾਸੀ ਸੰਤ ਮਸਕੀਨ ਸਿੰਘ ਜੀ ਨੇ ਇੱਕ ਬੜੀ ਸੋਹਣੀ ਗੱਲ ਕਹੀ ਆ, ਕਹਿੰਦੇ ਜੇਕਰ ਸੰਸਾਰੀ ਦਾ ਤੇ ਭਗਤ ਦਾ ਜੋੜ ਬੈਠ ਰਿਹਾ, ਕਹਿੰਦੇ ਅਸਲ ਵਿੱਚ ਜਾਂ ਜਿਹਨੂੰ ਅਸੀਂ ਭਗਤ ਕਹਿੰਦੇ ਉਹ ਵੀ ਸੰਸਾਰੀ ਹੋਏਗਾ। ਕਹਿੰਦੇ ਜਾਂ ਫਿਰ ਇਸ ਦੇ ਉਲਟ ਵੀ ਹੋ ਸਕਦਾ, ਜਿਹਨੂੰ ਅਸੀਂ ਸੰਸਾਰੀ ਸਮਝ ਰਹੇ ਹਾਂ ਕਹਿੰਦੇ ਉਹ ਭਗਤ ਹੋਏਗਾ। ਹੁਣ ਮੈਂ ਆਪ ਜੀ ਨੂੰ ਇਹ ਵੀ ਬੇਨਤੀ ਕਰਦਾ ਹਾਂ, ਇਹ ਨਹੀਂ ਕਿ ਤੁਸੀਂ ਸੰਸਾਰੀ ਹੋ ਤੇ ਅਸੀਂ ਕਥਾ ਕੀਰਤਨ ਵਾਲੇ ਜਾਂ ਜਿਹੜੇ ਗੁਰੂ ਕੇ ਵਜ਼ੀਰ ਹਨ ਅਸੀਂ ਕੋਈ ਭਗਤ ਹੈ, ਐਸੀ ਕੋਈ ਗੱਲ ਨਹੀਂ ਹੈ ਸਤਸੰਗੀ ਜਨੋ। ਬਸ ਇੱਕ ਰਹਿਣ ਦਾ ਜਿਹੜੇ ਬੰਦੇ ਨੂੰ ਢੰਗ ਆ ਜਾਂਦਾ ਹੈ ਉਹ ਸੰਸਾਰ ਦੇ ਵਿੱਚ ਰਹਿੰਦੇ ਹੀ ਭਗਤ ਬਣ ਜਾਂਦਾ ਹੈ ਸਤਸੰਗੀ ਜਨੋ। ਆਪਣੇ ਸਾਰੇ ਗੁਰੂ ਸਾਹਿਬ ਗ੍ਰਸਤੀ ਹੋਏ ਹਨ। ਇਸ ਕਰਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਮਾਤਾ ਜੀ ਕਹਿੰਦੇ ਕਿ ਬੇਟਾ ਨਾਨਕ ਇਹ ਤਾਂ ਬੋਲ ਪਾਗਲਾਂ ਵਾਲੇ ਹਨ।
ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਮਾਂ मैं जिंदगी एक फैसला किया, मैं कभी झूठ नहीं बोलांगा मां, इस वास्ते मैं तेन सच कहना सारा परिवार मेरे नाल जांदा। माता जी कह लगे बेटा नानक किते इस तरह की गल तो नहीं, क्योंकि मैं कभी तेरे नाल नहीं गई, पिता जी कभी तेरे नाल नहीं गए, किते इस तरह की गल तो नहीं जदों तू जांदा है ते साडी याद नाल ले जांदा होवे ते इह गल तू मैनूं कहनी चाह रहा होवे। गुरु नानक देव सच्चे पातशाह कहते हाँ मां थोड़ा जिहा तो तू नेड़े आ गई है, पर अजे भी मां जो मैं कहना चाह रहा ना तेनू समझाना चाह रहा वो अजे भी तेरी समझ विच नहीं आ रहा है। माता जी ने हाथ जोड़े कहते बेटा नानक मेरे नाल बुझारता ना पा, तू मैनू सीधा सीधा दस जिहड़ा प्यो तेरे नाल जांदा ओहदा नाम की है, जिहड़ी मां तेरे नाल जांदी ओहदा नाम की है। तू कहना मेरी पत्नी भी मेरे नाल, वो पत्नी का नाम की है। तू कहना मेरे बच्चे भी नाल हन, वो बच्चों का नाम की है। तू कहना मेरे सस सौरा भी नाल हन, उन्हां दे नाम मैनू दस की हन। मेरे गुरु नानक देव सच्चे पातशाह ने उत्थे माता जी नूं मुखातिब होके सानूं सारिआं नूं उपदेश दिंदे होए जो शब्द उच्चारण कीता ना वो शब्द गौड़ी राग विच दर्ज है। अते आप जी दी ज्ञात वास्ते बेनती करां, गुरु ग्रंथ साहिब जी दे अंदर 31 राग हन। 31 रागां चों तीजा राग है गौड़ी राग, ते तीजे राग का तीजा ही शब्द है जिहदे अंदर गुरु नानक देव सच्चे पातशाह फिर अंदर दे परिवार की गल करते हैं। एक गल का ध्यान रख लेना, मेरे गुरु पातशाह के बचनों मुताबक इहो कुटुंब तो जो देखदा चलै नहीं तेरे नाले, साथ तेरे चलै नहीं तिस नाल क्यों चित लाइए, ऐसा कम मूले ना कीचै जित अंत पछोताइए। गुरु साहब कहते जेड़े परिवार की तू बड़ी जानकारी रखदा, कहते जेड़े परिवार के एक छोटा बच्चा भी जानकारी रखता, एक जवान भी जानकारी रखता, एक बजुर्ग भी जानकारी रखता, कहते ये परिवार ने तो तेरा साथ नहीं देना। तो गुरु साहब कहते जिहड़ी चीज़ साथ नहीं देना उहदे नाल चित क्यों लगाया होया। मैं बेनती करा चित की गल की है, क्योंकि गुरु साहब ने यह नहीं कहा कि रहना नहीं उहदे नाल, चित लगाना भाव कि हर वक्त उहदा चिंतन चली जाना, हर वक्त उहदी याद चली जानी कि रब की याद उन्हें उस दे विच इन्ना डुब जाना कि कभी भी रब की याद वाल थोड़ा जिहा भी मन ना जाना। उन्हें कहते हैं चित लगाना सत्संगी जनो। तो गुरु साहब ने क्यों चित लगाया होया, कहते फिर अगे क्या कहते ऐसा काम मोले ना कीचे, कहते बंदिया इहो जिहे काम बिल्कुल ना करी। हुण गुरु साहब ने बाहर के परिवार दियां उदाहरणां लैके मैं बेनती करा, जो ब्रह्मंडे सोई पिंडे, पहला उन्होंने बाहर दियां गल्लां कीतियां, ब्रह्मंड दी गल्लां साडे सामने रखियां, फिर पिंड की गल करते हैं कि अंदर का प्यो किहड़ा है, अंदर की मां किहड़ी है, अंदर की पत्नी किहड़ी है। मेरे गुरु नानक देव सच्चे पातशाह ने जिहड़ा शब्द उच्चारण किया ना छोटा जिहा शब्द है 4 कलेन का। गुरु साहब कहते मां सुन, प्यो कौन है, मां कौन है, कहते माता मत पिता संतोख सत पाई कर इहो वसेक, कहना है किछ कहना जाए तो कुदरत कीमत नहीं पाए, सर्व सुरद ससुर पे करनी कामन कर्म ले, साहा संजोग व्याहो विजोग सच संतत कहो नानक जोग। गुरु नानक देव सच्चे पातशाह कहते मां माता मत, कहते मां जिहड़ी मेरी चंगी मत है ना, जिहड़ी मेरी शुभ मत है, कहते ये मेरी मां है, ते कहते हर वक्त मेरे नाल रहिंदी है, मैनू हर वक्त अपने नाल रखदा हां। दास हुण आप जी नूं बेनती करे सही मैने च मां का की फर्ज बनदा, सही मैने च मां का फर्ज ये बनता है बच्चा गलत रस्ते जावे मां उसनूं वरजदी है, बच्चा कुछ गलत खान लगे मां आके उसका हथ पकड़दी है, बच्चा कुछ गलत करन लगे मां उसनूं वरजदी है। गुरु नानक देव सच्चे पातशाह का कहने का मतलब है कि मां जिथे जिथे जिंदगी दे विच मेरे कदम गलत मार्ग ते जान लगते हैं, कहते ये शुभ मत मां मैनू आके वरज दिंदी है कि बेटा नानक इस रास्ते ते नहीं जाना, जिथे किथे मैनू ले छड़ाई, जिथे मैं गलत होने लगदा उत्थे आके मेरे नाल एक खड़ी हो जाती है ते मैनू समझाती है। दास साहब जी नूं बेनती करे संसार के अंदर जिन्ना अनर्थ हो रहा है, संसार के अंदर जिन्ना भी गलत हो रहा है, ये इंसान की शुभ मत मां मरण नाल हुंदा है। जदों इंसान की शुभ मत मां मरदी है ना ये चोर बन जाता है, जदों ये इंसान की शुभ मत मां मरदी है ये डाकू बन जाता है, जदों ये इंसान की शुभ मत मां मरदी है ये दुराचारी ते विभचारी बन जाता है। मैं ये गल कहां कि गुरु नानक देव सच्चे पातशाह सही मैंने ये गल कहना चाहते हैं, कहते उन्होंने यतीम ना आखो, कहते जिन्हां दी दुनियावी मां मर गई,
मैं आप जी ਨੂੰ ਬੇਨਤੀ ਕਰਾਂ, ਕਿਸੇ ਦੀ ਦੁਨਿਆਵੀ ਮਾਂ ਮਰ ਜਾਏ, ਥੋੜੇ ਜਿਹੇ ਲਫ਼ਜ਼ ਬਰਦਾਸ਼ਤ ਕਰ ਲੈਣੇ, ਕਰੜੇ ਹਨ ਪਰ ਸੱਚਾਈ ਹੈ। ਕਿਸੇ ਦੀ ਦੁਨਿਆਵੀ ਮਾਂ ਮਰ ਜਾਏ, 2 ਬੱਚੇ 4 ਬੱਚੇ ਸਤਸੰਗੀ ਜਨ, ਪਰ ਗਲੀ ਮਹੱਲੇ ਨੂੰ ਕੀ ਨੁਕਸਾਨ ਆ ਉਹਦਾ, ਰਿਸ਼ਤੇਦਾਰਾਂ ਨੂੰ ਕੀ ਨੁਕਸਾਨ ਆ ਉਹਦਾ ਸਤਸੰਗੀ ਨੂੰ। ਹਾਂ, ਜੇਕਰ ਬੱਚੇ ਛੋਟੇ ਹਨ, ਥੋੜੇ ਸਮੇਂ ਵਾਸਤੇ ਉਹ ਬੱਚਿਆਂ ਨੂੰ ਨੁਕਸਾਨ ਹੈ ਕਿ ਮਾਂ ਸਿਰ ਤੇ ਨਹੀਂ ਹੈ, ਪਰ ਸਮਾਜ ਨੂੰ ਕੋਈ ਲੰਬਾ ਚੌੜਾ ਨੁਕਸਾਨ ਨਹੀਂ ਹੈ ਕਿਸੇ ਦੀ ਦੁਨਿਆਵੀ ਮਾਂ ਮਰ ਜਾਏ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇਹ ਗੱਲ ਕਹਿਣੀ ਚਾਹੁੰਦੇ ਹਨ, ਕਹਿੰਦੇ ਜਿਹੜੀ ਇਨਸਾਨਾਂ ਦੀ ਸ਼ੁਭ ਮਤ ਮਾਂ ਮਰ ਜਾਏ। ਦਾਸ ਬੇਨਤੀ ਕਰਦੇ ਥੋੜਾ ਲਫ਼ਜ਼ਾਂ ਦੇ ਨਾਲ ਚੱਲਣਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇਹ ਗੱਲ ਕਹਿਣੀ ਚਾਹੁੰਦੇ ਹਨ, ਜਿਹੜੀ ਇਨਸਾਨਾਂ ਦੀ ਸ਼ੁਭ ਮਤ ਮਾਂ ਮਰ ਜਾਏ, ਕਹਿੰਦੇ ਉਹ ਇਸ ਤਰ੍ਹਾਂ ਦੇ ਯਤੀਮ ਬਣ ਜਾਂਦੇ ਹਨ ਕਿ ਕਈ ਵਾਰੀ ਸਮੁੱਚੀ ਮਨੁੱਖਤਾ ਨੂੰ ਉਹ ਯਤੀਮ ਬਣਾਉਣ ਦੇ ਭਾਗੀਦਾਰ ਬਣ ਜਾਂਦੇ ਹਨ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਔਰੰਗਜ਼ੇਬ ਦਾ ਕੀ ਹੋਇਆ ਸੀ, ਜਿਹੜੇ 9ਵੇਂ ਪਾਤਸ਼ਾਹ ਨੇ ਤੇ ਕਿਤਨੇ ਫਕੀਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਸ਼ੁਭ ਮਤ ਮਾਂ ਮਰ ਗਈ ਨਾ। 5ਵੇਂ ਪਾਤਸ਼ਾਹ ਦੇ ਵਕਤ ਜਹਾਂਗੀਰ ਦਾ ਕੀ ਹੋਇਆ ਸੀ, ਸ਼ੁਭ ਮਤ ਮਾਂ ਮਰ ਗਈ ਨਾ। ਮੇਰੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਵਕਤ ਬਾਬਰ ਦਾ ਕੀ ਹੋਇਆ ਸੀਗਾ, ਜਿਹਦੇ ਵਾਸਤੇ ਬਾਹਾਂ ਉੱਚੀਆਂ ਕਰ ਕਰਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਕਹਿ ਦਿੱਤਾ, ਏਤੀ ਮਾਰ ਪਈ ਕੁਰਲਾਣਾ ਤੈਂ ਕੀ ਦਰਦ ਨਾ ਹੈ। ਸ਼ੁਭ ਮਤ ਮਾਂ ਮਰ ਗਈ ਨਾ। ਇਸ ਕਰਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ, ਮਾਂ ਜਿਹੜੀ ਸ਼ੁਭ ਮਤ ਹੈ ਨਾ, ਕਹਿੰਦੇ ਇਹ ਮੇਰੀ ਮਾਂ ਹੈ ਤੇ ਹਰ ਵਕਤ ਮੇਰੇ ਨਾਲ ਰਹਿੰਦੀ ਹੈ। ਮੈਂ ਜਿੱਥੇ ਵੀ ਗਲਤ ਹੋਣ ਲੱਗਦਾ ਹਾਂ, ਮੈਨੂੰ ਆ ਕੇ ਇਹ ਬਚਾ ਲੈਂਦੀ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਮਾਤਾ ਜੀ ਕਹਿੰਦੇ, ਬੇਟਾ ਨਾਨਕ ਬਿਲਕੁਲ ਪਤਾ ਚੱਲ ਗਿਆ, ਸ਼ੁਭ ਮਤ ਚੰਗੀ ਮਤ ਤੇਰੀ ਮਾਂ ਹੈ। ਬੇਟਾ ਤੇਰਾ ਪਿਓ ਕੌਣ ਹੈ? ਗੁਰੂ ਸਾਹਿਬ ਕਹਿੰਦੇ, ਮਾਤਾ ਮਤ ਪਿਤਾ ਸੰਤੋਖ। ਕਹਿੰਦੇ ਮਾਂ ਜਿਹੜਾ ਮੇਰੇ ਅੰਦਰ ਸੰਤੋਖ ਹੈ ਨਾ, ਕਹਿੰਦੇ ਇਹ ਮੇਰਾ ਪਿਓ ਹੈ। ਹੁਣ ਮੈਂ ਬੇਨਤੀ ਕਰਾਂ, ਪਿਓ ਦਾ ਕੀ ਫਰਜ਼ ਬਣਦਾ ਹੈ? ਸਹੀ ਮਾਇਨੇ ਜਦੋਂ ਗੁਰੂ ਸਾਹਿਬ ਨੇ ਸ਼ਬਦ ਉਚਾਰਨ ਕੀਤਾ, ਸਹੀ ਮਾਇਨਿਆਂ ਦੇ ਵਿੱਚ ਪਿਓ ਬਾਹਰ ਕਮਾਈ ਕਰਦਾ ਸੀ, ਮਿਹਨਤ ਕਰਦਾ ਸੀ, ਦੁਨਿਆਵੀ ਧਨ ਕਮਾ ਕੇ ਲਿਆਂਦਾ ਸੀ ਤੇ ਪਰਿਵਾਰ ਦੀ ਬੱਚਿਆਂ ਦੀ ਪਾਲਣਾ ਪੋਸ਼ਣਾ ਕਰਦਾ ਸੀ, ਭਾਵ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਸੀ। ਪਿਓ ਦਾ ਫਰਜ਼ ਬੱਚੇ ਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ। ਹੁਣ ਮੈਂ ਅਗਲੀ ਬੇਨਤੀ ਕਰਨ ਲੱਗਾ, ਇੱਕ ਗੱਲ ਦਾ ਧਿਆਨ ਰੱਖ ਲਿਓ, ਜਿਹੜੇ ਇਨਸਾਨ ਦੇ ਹਿਰਦੇ ਵਿੱਚ ਸੰਤੋਖ ਨਹੀਂ ਹੈ, ਉਹਦੀਆਂ ਜ਼ਰੂਰਤਾਂ ਕਦੀ ਪੂਰੀਆਂ ਨਹੀਂ ਕੀਤੀਆਂ ਜਾ ਸਕਦੀਆਂ। ਸਹਿਜ ਖਟੇ ਲੱਖ ਕੋ ਉਠਤਾਵੈ, ਤ੍ਰਿਪਤ ਨਾ ਆਵੈ, ਮਾਇਆ ਪਾਛੇ ਪਾਵੇ। ਤੁਸੀਂ ਘਰ ਦੇ ਵਿੱਚ ਜਿੰਨੇ ਮਰਜ਼ੀ ਪਦਾਰਥ ਇਕੱਠੇ ਕਰ ਲਓ, ਗੁਆਂਢੀਆਂ ਦੇ ਜਾਓਗੇ ਤੁਹਾਨੂੰ ਨਵਾਂ ਪਦਾਰਥ ਨਜ਼ਰ ਆ ਜਾਵੇਗਾ। ਇਸ ਕਰਕੇ ਹੁਣ ਅਗਲੀ ਗੱਲ, ਜਿਹੜੇ ਇਨਸਾਨ ਦੇ ਅੰਦਰ ਸੰਤੋਖ ਨਹੀਂ ਆ, ਕਿਉਂਕਿ ਸਿੱਕੇ ਦੇ 2 ਪਹਿਲੂ ਹਨ ਜੀਵਨ ਦੇ ਵਿੱਚ ਵੀ। ਜਿਹੜੇ ਇਨਸਾਨ ਦੇ ਅੰਦਰ ਸੰਤੋਖ ਨਹੀਂ ਹੈ, ਬਿਲਕੁਲ ਸਪਸ਼ਟ ਹੈ ਕਿ ਉਹਦੇ ਅੰਦਰ ਲੋਭ ਹੋਵੇਗਾ। ਤੇ ਜਦੋਂ ਲੋਭ ਹੋਵੇਗਾ, ਹੁਣ ਲੋਭ ਅਤੇ ਸੰਤੋਖ ਦੀ ਜੇਕਰ 2 ਅੱਖਰਾਂ 'ਚ ਵਿਆਖਿਆ ਕਰਨੀ ਹੋਵੇ ਤਾਂ ਪਤਾ ਕੀ ਬਣਦੀ ਹੈ ਕਿ ਲੋਭੀ ਆਦਮੀ ਕਹਿੰਦਾ ਹੋਰ ਚਾਹੀਦਾ, ਹੋਰ ਵੱਧ ਚਾਹੀਦਾ, ਹੋਰ ਵੱਧ ਚਾਹੀਦਾ। ਸਤਸੰਗੀ ਜੀ ਨੂੰ ਉਹਦੀ ਕੋਈ ਲਿਮਟ ਹੀ ਨਹੀਂ ਹੈ। ਪਰ ਜਿਹੜਾ ਸੰਤੋਖੀ ਆਦਮੀ, ਉਹਦੀ ਮਾਨਸਿਕ ਦਸ਼ਾ ਪਤਾ ਕੀ ਬਣ ਜਾਂਦੀ ਹੈ? ਉਹ ਕਹਿੰਦਾ, ਪਰਮਾਤਮਾ ਤੂੰ ਮੈਨੂੰ ਇੰਨਾ ਦੇ ਦਿੱਤਾ ਕਿ ਮੈਂ ਤਾਂ ਇਹਦਾ ਪਾਤਰ ਹੀ ਨਹੀਂ ਸੀ। ਸਤਸੰਗੀ ਜੀ ਨੂੰ ਇਸੇ ਕਰਕੇ ਖਿਆਲ ਰੱਖਣਾ ਕਿ ਭਗਤ ਕਬੀਰ ਜੀ ਦੇ ਘਰ 'ਚ ਰੋਟੀ ਨਹੀਂ ਪੱਕਦੀ। ਸਤਸੰਗੀ ਜੀ ਨੂੰ ਪਰ ਉਹ ਬਿਲਕੁਲ ਸੰਤੋਖੀ ਹਨ, ਉਹਨਾਂ ਦੇ ਅੰਦਰ ਕੋਈ ਲੋਭ ਨਹੀਂ ਹੈ। ਕੋਈ ਇਹ ਨਹੀਂ ਕਹਿੰਦੇ ਮੈਨੂੰ ਆਹ ਚਾਹੀਦਾ, ਮੈਨੂੰ ਆਹ ਚਾਹੀਦਾ, ਮੈਨੂੰ ਆਹ ਚਾਹੀਦਾ। ਸਤਸੰਗੀ ਜੀ ਨੂੰ ਸੰਤੋਖੀ ਆਦਮੀ ਕਹਿੰਦਾ, ਰੱਬ ਤੂੰ ਮੈਨੂੰ ਇੰਨਾ। ਤਾਂ ਹੀ ਗੁਰੂ ਸਾਹਿਬ ਨੇ ਸਿੱਖ ਨੂੰ ਵੀ ਕਿਹਾ, ਕਹਿੰਦੇ ਸਿੱਖਾ ਜਦੋਂ ਗੁਰੂ ਦੇ ਦਰ ਤੇ ਆਏ ਨਾ, ਕਹਿੰਦੇ ਤੇਰੀਆਂ ਲਿਸਟਾਂ ਤਾਂ ਬੜੀਆਂ ਲੰਬੀਆਂ ਚੌੜੀਆਂ ਹੁੰਦੀਆਂ, ਕਹਿੰਦੇ ਉਸ ਲਿਸਟ ਵਿੱਚ ਇੱਕ ਆ ਵੀ ਪੰਕਤੀ ਐਡ ਕਰ ਲਾ। ਉਹ ਕਿਹੜੀ ਪੰਕਤੀ? ਕਿ ਸੱਚੇ ਪਾਤਸ਼ਾਹ ਕਿਰਪਾ ਕਰੋ, ਰਹਿਮਤ ਕਰੋ, ਬਿਨਤ ਦੁਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ ਤੇ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਕਿ ਜੇ ਰੱਬਾ ਮੈਂ ਤੇਰੇ ਨਾਮ ਤੋਂ ਬਿਨਾਂ, ਤੇਰੇ ਤੋਂ ਬਿਨਾਂ ਕੁਝ ਮੰਗਦਾ, ਉਹ ਮੈਨੂੰ ਦੁੱਖ ਦਿੰਦਾ ਹੈ। ਦਾਸ ਨੂੰ ਇੱਥੇ ਥੋੜਾ ਜਿਹਾ ਧਿਆਨ ਆ ਗਿਆ, ਦੁੱਖ। ਸਤਸੰਗੀ ਨੂੰ ਧਿਆਨ ਰੱਖਣਾ, ਦੁੱਖ ਤੇ ਸੁੱਖ ਦੀ ਅਦਰ ਓਰੀਐਂਟਡ ਹਨ। ਸੁੱਖ ਵੀ ਦੂਜੇ ਕੋਲੋਂ ਮਿਲਦਾ ਹੈ, ਦੁੱਖ ਵੀ ਦੂਜੇ ਕੋਲੋਂ ਮਿਲਦਾ ਹੈ। ਜਿਹੜੇ ਮਕਾਨ ਤੋਂ ਸੁੱਖ ਮਿਲਦਾ ਨਾ, ਜਦੋਂ ਬਣ ਜਾਏ, ਖਰੀਦ ਲਈਏ, ਤਾਂ ਇਹੀ ਘਰ ਜਿੱਦਣ ਦਰਾੜ ਆ ਜਾਏ ਨਾ, ਉਹੀ ਘਰ ਦੁੱਖ ਦਿੰਦਾ ਹੈ। ਕਾਰ ਖਰੀਦੇ ਸੁੱਖ ਦਿੰਦੀ ਹੈ, ਕਾਰ ਦਾ ਐਕਸੀਡੈਂਟ ਹੋ ਜਾਏ, ਉਹੀ ਕਾਰ ਦੁੱਖ ਦਿੰਦੀ ਹੈ। ਸ਼ਾਦੀ ਹੋ ਜਾਏ, ਪਤਨੀ ਸੁੱਖ ਦਿੰਦੀ ਹੈ, ਪਰ ਪਤਨੀ ਕਹਿਣੇ 'ਚ ਨਾ ਹੋਵੇ, ਉਹੀ ਪਤਨੀ ਦੁੱਖ ਦੇ ਰਹੀ ਹੈ। ਬੱਚਾ ਹੋ ਜਾਏ, ਸੁੱਖ ਮਿਲਦਾ ਹੈ, ਪਰ ਬੱਚਾ ਕਹਿਣੇ ਦੇ ਵਿੱਚ ਨਾ ਹੋਵੇ, ਆ ਕੇ ਗਲਾ ਪਕੜਨਾ ਸ਼ੁਰੂ ਕਰ ਦੇਵੇ ਮਾਂ ਬਾਪ, ਉਹੀ ਬੱਚਾ ਦੁੱਖ ਦੇ ਰਿਹਾ ਹੈ। ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ, ਆਨੰਦ ਸਾਹਿਬ ਦਾਸ ਘਰ ਸੀ। ਉਹ ਬੜੀ ਗੱਲ ਮੈਨੂੰ ਕਹੀ, ਕਹਿੰਦੇ ਬਾਬਾ ਜੀ ਆਨੰਦ ਸਾਹਿਬ ਦੀਆਂ 6 ਪੌੜੀਆਂ ਕਿਉਂ ਪੜੀਆਂ ਜਾਂਦੀਆਂ? ਕਿ ਕੋਈ ਵੀ ਕਥਾ ਕੀਰਤਨ ਹੁੰਦਾ ਹੈ ਤੇ 6 ਪੌੜੀਆਂ ਕਿਉਂ ਪੜੀਆਂ ਜਾਂਦੀਆਂ?
मैं उन्होंने आख्या प्यारिया कि मैं ये तो नहीं कहता जो मैं कहन लगा सारा कुछ ठीक है, मैं कहा असल दे विच उस तो बाद अरदास होनी हुंदी है। ते दाने पुरुषां ने देखिया अरदास विच इहदियां दुनियावी ही मंगां हन ते गुरु ये चाहता है, क्योंकि अरदासां भी मैं थोड़ा जिहा बर्दाश्त कर लेना, मैं कोई तुहानूं निशब्दक नहीं कर रहा, पर कई बार आपां देखदे अरदास भी पूरी नहीं हो रही सत्संगी जन। इस करके गुरु साहब ने कह दिता, दानी पुरुषां ने कहता आनंद साहब पढ़, लक्ष्य साडे सामने रख दिता कि बंदिया तेरी मंजिल आनंद है, तू पहुंचना आनंद तक है। ते आनंद वो है जिथे ना दुख दुख प्रतीत होवे ना सुख सुख प्रतीत हो, वो आनंद है। इसे करके कथा की समाप्ति होएगी। तो की करना आप आनंद साहब मैं बेनती कर रहा, सुख तो दुख की अदर ओरिएंटेड हैं, दूजिया को मिलते हैं, पर आनंद कितों मिलता है? पहली पंक्ति गुरु साहब ने आनंद पिया मेरी माए सतगुरु मैं पाया। अगे जाके 6वीं पौड़ी दे विच कहते हैं आनंद आनंद सबको कहे आनंद गुरु ते जाने। हुण सिर्फ गुरु नूं मत्था टेकना थोड़ी आनंद आ जाएगा, ते जाने का मतलब है कि गुरु जो कहता है उसके मुताबिक तू अपना जीवन बतीत कर। इस करके जड़ा समाप्ति तो पहला आनंद साहब पढ़िया जाता ना, ये ध्यान रखा करो, सिख नूं दृढ़ कराया जाता है तेरी मंजिल आनंद है। जे गुरु साहब ने चाहे कल आप आनंद की ही गल करांगे कि आनंद तक किवें पहुंचना। गुरु नानक देव सच्चे पातशाह कहते मां कहते जिहड़ी कहते संतोख है मेरे अंदर, कहते ये मेरा प्यो है, शुभ मत मेरी मां है। गुरु नानक देव सच्चे पातशाह ते माता जी कहते बेटा नानक पता चल गया। तो मैं आप जी बेनती करा संतोख पता की हुंदा, एक गल का ध्यान रख लेना, संतोख का मतलब ये नहीं कि बंदा लेजी हो जाए। ये ना सोच लो सत्संगी हो, बहुते इंसान कहते हैं जी जिहड़े धर्मी आदमी हुंदे हन ये तां बंदे नूं लेजी बनाते हैं। बिल्कुल नहीं सत्संगी हो। मेरे गुरु साहब तो कहते हैं उत्तम करेंदियां जियो तू कमान दियां सुख पहुंच। कहते जो तू उत्तम करके दुनियावी काम धंधा करेगा, कहते दुनियावी तेन सुख मिलणगे, दुनियावी तन मिलेगा। पर कहते जो उत्तम करके भगती करेगा, नाम जपेगा, कहते तां तेन रब मिलेगा। क्योंकि दुनियावी तन चो सुख तो मिलते हैं पर परम सुख नहीं मिलता। मैं आप जी नूं बेनती करा, परम सुख मिलेगा रब के नाम दे विचों। इस करके गुरु नानक देव सच्चे पातशाह कहते मां शुभ मत मेरी मां, संतोख मेरा पिता। मैं आप जी नूं बेनती करा, संतोखी आदमी पता किस तरह के होंदे हन? संतोखी आदमी तां कंडियां दे उपर अते अग दे अंगारे दे उपर भी मुस्कुरा रहा हुंदा है। संतोख देखना होवे ते मेरी कलगीधर सच्चे पातशाह दे जीवन दा झात मार लो ना। जदों आनंदपुर साहब छड्डिया, सरसा नदी के कंढे ते परिवार विछोड़ा होया, उस तो बाद चमकौर की गढ़ च वड्डे साहिबजादे की शहादत हो गई। उस तो बाद माछीवाड़े गए, टिंड का सराणा ला के लेटे हैं। उत्थे ना पैरों के विच जोड़ा है, ना सिर ते ताज है, ना हाथ विच बाज है, ना थल्ले घोड़ा, कुछ भी नहीं, ना परिवार ना संसार, कुछ भी नहीं है। उदों किसी ने सानू समझाने वास्ते बड़ी सोहनी गल की है। कहते जिस तरह कलगीधर सच्चे पातशाह प्रभात हुई ना, कहते थोड़ा जिहा उठे तो कहते ठंडी ठंडी रमणीक हवा चल रही सी। कहते कलगीधर सच्चे पातशाह उस हवा नूं कहते हैं, कहते ए हवा तू बड़ी तेज चल रही है, इस करके तू एक किरपा कर मेरे प्रीतम प्यारे परमात्मा तक मेरा एक संदेश तो पहुंचा दे। कहते हवा ने शंका किया, ए कलगीधर तुसी अज प्रीतम प्यारे नूं यह संदेश देना चाहते हो कि तुहाडे कोल आनंदगढ़ का किला नहीं रहा? मेरे कलगीधर सच्चे पातशाह कहते बिल्कुल नहीं। कहते यह संदेश देना चाहते हो कि सरसा नदी के कंढे ते परिवार विछोड़ा हो गया? मेरे कलगीधर सच्चे पातशाह कहते बिल्कुल नहीं। कहते फिर यह संदेश देना चाहते हो चमकौर की गढ़ विच तुहाडे वड्डे साहिबजादे की शहादत होगी? मेरे कलगीधर सच्चे पातशाह कहते बिल्कुल नहीं। कहते हवा कहती यह संदेश देना चाहते हो अज थल्ले घोड़ा नहीं, पैरों च जोड़ा नहीं, सिर ते ताज नहीं, हाथ विच बाज नहीं, यह संदेश देना चाहते हो? मेरे कलगीधर सच्चे पातशाह कहते बिल्कुल नहीं। हवा ने भी हाथ जोड़े, फिर की संदेश देना? उत्थे मेरे कलगीधर सच्चे पातशाह ने कसी मित्र प्यारे नूं हाल मरीदां दा कहना, तुत बिन रोक रजाइयां दे ओडन, नाग निवासन दे रहना, सूल सराही खंजर प्याला, बिंग कसाइयां दे सहना, यारड़े दा सानू सत्तर चंगा पट खेड़ियां दे रहना। बस हर पंक्ति दे नाल तुत बिन लगा लेना, अर्थ अपने आप स्पष्ट हो जाते हैं कि रब्बा ये सब कुछ चला गया, कोई गल नहीं, बस ये अरदास बेनती है कि तेरी याद ना मेरे हृदय चो जाए। ये है संतोखी की भाव दशा। मैं आप जी बेनती करा, गुरु नानक देव सच्चे पातशाह ते माता जी कहते बेटा नानक
तेरी मां का भी पता चल गया, तेरे प्यो का भी पता चल गया, पर बेटा नानक आ दे तेरे सामने तेरी घर वाली भी खड़ी है कि जिहड़ा परिवार तेरे नाल जांदा है कि उस घर वाली भी जांदे है। गुरु साहब कहते हाँ मां, कहते हर वक्त मेरी पत्नी मेरे नाल रहिंदी है। कहते किहड़ी पत्नी है? गुरु साहब कहते सरम सुर दे ससुर पे करनी कामण, कामण इस्त्री पत्नी। कहते मां जिहड़ी मैं जिंदगी च भगती करदा ना, कहते मेरी पत्नी है ते कहते हर वक्त मेरे नाल रहिंदी है। बाणी दे अंदर मैं आप जी नूं बेनती करां, गुरु साहब ने जगह जगह ते भगती नूं पत्नी किया है। ਜਦੋਂ ਆਪਾਂ ਚੌਥੇ ਪਾਤਸ਼ਾਹ ਦੇ ਪੰਜਵੇਂ ਪਾਤਸ਼ਾਹ ਦੇ ਸ਼ਬਦ ਬਚਨ ਹਨ, ਉੱਥੇ ਪੰਜਵੇਂ ਪਾਤਸ਼ਾਹ ਕਹਿੰਦੇ ਨਿਜ ਭਗਤੀ ਸੀਲਵੰਤੀ ਨਾਰ ਰੂਪ ਅਨੂਪ ਪੂਰੀ ਆਚਾਰ ਜਿਤ ਗ੍ਰਹਿ ਵਸੇ ਸੋ ਗ੍ਰਹਿ ਸ਼ੋਭਾਵੰਤਾ ਗੁਰਮੁਖ ਪਾਈ ਕੇ ਨੇ ਵਿਰਲੇ ਜਨਤਾ ਜਿਚਰ ਵਸੀ ਪਿਤਾ ਕੇ ਸਾਥ ਤਿਚਰ ਕੰਤ ਫਿਰ ਬਹੁ ਉਦਾਸ। ਮੇਰੇ ਗੁਰੂ ਪਾਤਸ਼ਾਹ ਕਹਿੰਦੇ ਨਿਜ ਭਗਤੀ ਸੀਲਵੰਤੀ ਨਾਰ, कहते जिहड़े बंदा अपनी निज की भगती करता ना, कहते उहदे कोल बड़ी वधिया पत्नी है एक। कहते वो किहड़ी है? कहते भगती दी पत्नी। निज भगती सीलवंती नार, कहते रूप, कहते उहदे उपर रूप बड़ा है, अनूप कहते सोहनी बड़ी है, आचार कहते बड़े उच्चे आचरण वाली है। कहते रूप अनूप पूरी आचार। अगे कहते जित ग्रह वसे सो ग्रह शोभावंता, कहते जिस हिरदे रूपी घर दे विच कहते भगती रूपी पत्नी आ जाए, कहते वो हिरदे का घर ही बड़ा वधिया बन जाता है। पर कहते गुरमुख पाई किने विरले जनता, कहते पर किसी गुरमुखा ने बड़ियों मशक्कतां काल काल के कहते भगती रूपी पत्नी अपने हिरदे रूपी घर च लिया के बिठाई है। एक शब्द शायद तुहानूं याद होवे, दास जदों छोटा सी ना बाणी वाल लगन सी, पर मैं कहंदा सी ये गुरु साहब कह की रहे हैं। पहला आप जो कथा शुरू की गल सी अर्थां दी, जिन्ना चिर अर्थ ना पता हो इंसान कुछ गलत सोची जाता है। एक शब्द है मेरे पंजवें पातशाह का, शांत पई गुर सतगुर पूरे सुख उपजे बाजे अनहद तोरे ताप पाप संताप विनाशे हर सिमरत किलबिक सब नासे। अखीरली पंक्ति पता किया, आनंद करो मिल सुंदर नारी। मैं कहंदा सी सुंदर नारी नूं मिल के आनंद का की संबंध है? पढ़ाई नहीं सी मेरी। मैं हुण इत्थे यह भी बेनती कर देवां, अज बड़ा दुख हुंदा मन नूं जिहड़ी इंसानां दी पहली क्लास की पढ़ाई धर्म की नहीं तो आके सवाल खड़े करते हैं। ABC नहीं पता उन्होंने धर्म हुंदा की है। सत्संगी जो मैं अपनी गल तुहाडे सामने रख रहा, मैं सोचदा गुरु साहब की कही जा रहे हैं, आनंद करो मिल सुंदर नारी। हुण जदों मैं कथा कर मैनूं समझ आंदे गुरु साहब कहते हैं भगती रूपी पत्नी, कहते जदों तू कहते भगती करेगा कहते तू एक आनंद की अवस्था च जाएगा। तो मैं बेनती कर रहा से आनंद विच जाना है आपां सत्संगी जन। इस करके गुरु साहब बाणी के अंदर जगह जगह ते भगती नूं पत्नी कहते हैं। गुरु साहब कहते मां, कहते जिहड़ी मैं भगती करदा हां ना, कहते ये मेरी पत्नी है ते हर वक्त मेरे नाल रहिंदी है। गुरु साहब के माता तृप्ता जी कह लगे बेटा नानक बिल्कुल पता चल गया, शुभ मत तेरी मां, संतोख तेरा पिता, भगती तेरी पत्नी। पर बेटा नानक एक गल मैनू दस कि तेरे तो सस सौरा भी हैं। तुसीं ये देखो गुरु साहब ने छोटे ਜਿਹੇ शब्द कितना विस्तार किया होया, पर आपां कदी चिंतन ही नहीं करते, आपां बाणी दी कदी विचार दे विच ही नहीं जाते हैं। कहण लगे बेटा नानक तेरे सस सौरा भी हैं, तो जिहड़ा परिवार तेरे नाल जांदा कि उह सस सौरा जांदे आ। जिहड़ी पंक्ति दी आपां विचार कीती उस तो पहली अद्धी पंक्ति कहंदे हाँ मां, कहंदे सरम सुर दे ससुर, ससुर दे आखण सस सौरा। कहंदे मां सरम जिहड़ी मैं मेहनत करदा हां ना, कहंदे ये मेरी, कहंदे पता की है, कहंदे मेहनत, कहंदे ये मेरा सौरा है। सुरत एकाग्रता, कहंदे मां जिहड़ी मैं नाम दे नाल एकाग्रता बनांदा हां, कहंदे ये मेरी सस है। गुरु नानक देव सच्चे पातशाह ये गल कहनी चाहते हैं, कहंदे मां मेहनत रूपी सौरे ਅਤੇ ਇਕਾਗਰਤਾ रूपी सस के संजोग के नाल एक लड़की का जन्म होया जिहदा नाम भगती है, वह मेरी पत्नी है ते हर वक्त मेरे नाल रहिंदी है। माता जी कहते बेटा नानक बिल्कुल पता चल गया। पर बेटा नानक तेरा विचोला जिहड़ा सुलखणी दे नाल होया वह भाईया जयराम जी ने कराया सीगा, तेरे जो जीजा जी हैं उन्होंने कराया सी, ते भगती नाल तेरा रिश्ता कित्थों जुड़ गया। गुरु साहब ने ते बड़ा सोहना किया शब्द की अखीर की अति पंज, कहते हाँ मां, कहते साहा संजोग विआहो विजोग। कहते मां जदों मैं सतपुरखां की सोहबत विच गया, कहते जदों मैं सत्संग विच गया मां, उत्थे दो गल्लां मैनूं सुनन नूं मिलियां।
ਇੱਥੇ ਸਾਹੇ ਦੀ ਗੱਲ ਕਰ ਰਹੇ। ਤੁਸੀਂ ਗ੍ਰਸਤੀਓਂ ਪਤਾ ਨਾ ਸਾਹੇ ਦੀ ਚਿੱਠੀ ਹੁੰਦੀ ਹੈ। ਸਾਹੇ ਦੀ ਚਿੱਠੀ ਕੀ ਹੁੰਦੀ ਹੈ ਸਤਸੰਗ ਨੂੰ? ਕਿ ਰਿਸ਼ਤਾ ਪੱਕਾ, ਉਹ 1-2-4 ਦਿਨ ਪਹਿਲਾਂ ਭੇਜੀ ਜਾਂਦੀ ਹੈ ਸਤਸੰਗ ਨੂੰ ਸਾਹੇ ਦੀ ਚਿੱਠੀ, ਜਾਂ 15 ਦਿਨ ਪਹਿਲਾਂ। ਇੱਥੇ ਗੁਰੂ ਸਾਹਿਬ ਕਹਿੰਦੇ ਸਾਹਾ ਸੰਜੋਗ। ਕਹਿੰਦੇ ਮਾਂ ਜਦੋਂ ਮੈਂ ਸਤਸੰਗ ਵਿੱਚ ਗਿਆ, ਹੁਣ ਜਿਹੜੀ ਗੱਲ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਾਂ ਨੂੰ ਕਹਿ ਰਹੇ ਹਨ, ਮੈਂ ਬੇਨਤੀ ਕਰਾਂ ਆਪਾਂ ਨੂੰ ਵੀ ਸੰਗਤ 'ਚ ਬੈਠ ਕੇ ਬਹੁਤ ਸੁਣਨ ਨੂੰ ਮਿਲਦੀ ਹੈ, ਪਰ ਆਪਾਂ ਚੱਲਦੇ ਨਹੀਂ ਹਾਂ। ਤੇ ਇੱਕ ਗੱਲ ਦਾ ਧਿਆਨ ਰੱਖਣਾ, ਜਿੰਨੀ ਦੇਰ ਤੱਕ ਚੱਲਾਂਗੇ ਨਹੀਂ ਤਾਂ ਉਨੀ ਦੇਰ ਤੱਕ ਆਪਾਂ ਕਿਤੇ ਪਹੁੰਚਾਂਗੇ ਨਹੀਂ ਆ। ਇਹ ਧਿਆਨ ਰੱਖ ਲੈਣਾ। ਆਪਾਂ ਸੁਣਦੇ ਬਹੁਤ ਹੈ ਸਤਸੰਗੀ ਜਨ, ਤਾਂ ਹੀ ਤਾਂ ਭਗਤ ਕਬੀਰ ਜੀ ਨੇ ਕਹਿ ਦਿੱਤਾ, ਕਬੀਰ ਸਾਚਾ ਸਤਿਗੁਰ ਕਿਆ ਕਰੇ। ਕਹਿੰਦੇ ਜਾਂ ਸਿੱਖਾਂ ਮੈਂ ਚੂਕ। ਇਨਸਾਨ ਕਹਿੰਦਾ ਜੀ ਮੈਂ ਆਹ ਅਰਦਾਸ ਕੀਤੀ, ਮੈਂ ਆਹ ਬੇਨਤੀ ਕੀਤੀ, ਆਹ ਕੀਤੀ, ਆਪਣੀਆਂ ਕਮੀਆਂ ਤਾਂ ਦੇਖਦਾ ਨਹੀਂ ਹੈ। ਦਾਸ ਕਈ ਵਾਰੀ ਬੇਨਤੀ ਕਰਿਆ ਕਰਦਾ ਹੈ ਕਿ ਪਿਆਰਿਓ ਥੋੜਾ ਜਿਹਾ ਖਿਆਲ ਕਰੋ ਕਿ ਜਦੋਂ ਆਪਾਂ ਗੁਰੂ ਦੇ ਅੱਗੇ ਆ ਕੇ ਅਰਦਾਸਾਂ ਕਰ, ਥੋੜੇ ਜਿਹਾ ਸੁਣ ਲਿਓ ਧਿਆਨ ਨਾਲ। ਜਦੋਂ ਆਪਾਂ ਗੁਰੂ ਦੇ ਅੱਗੇ ਆ ਕੇ ਅਰਦਾਸਾਂ ਕਰਦੇ ਹਾਂ ਕਿ ਮੈਨੂੰ ਆਹ ਚਾਹੀਦਾ, ਮੈਨੂੰ ਆਹ ਚਾਹੀਦਾ, ਮੈਨੂੰ ਆਹ ਚਾਹੀਦਾ, ਕਦੀ ਆਪਾਂ ਇਹ ਸੋਚਿਆ ਸਤਸੰਗ ਨੂੰ ਕਿ ਗੁਰੂ ਵੀ ਸਾਨੂੰ ਕੁਝ ਕਹਿ ਰਿਹਾ? ਥੋੜਾ ਜਿਹਾ ਦੱਸ ਦਿਓ ਬੋਲ ਕੇ। ਮੰਗਾ ਮੰਗਦੇ ਆ, ਪਰ ਕਦੀ ਸੋਚਿਆ ਕਿ ਗੁਰੂ ਵੀ ਸਾਨੂੰ ਕੁਝ ਕਹਿ ਰਿਹਾ? ਜਦੋਂ ਕਿ ਆਪਾਂ ਇੱਕ ਸਿਧਾਂਤ ਨੂੰ ਚੰਗੀ ਤਰ੍ਹਾਂ ਜਾਣਦੇ, ਗਿਵ ਐਂਡ ਟੇਕ। ਜੇ ਤੂੰ ਕੁਝ ਕਰ ਰਿਹਾ ਤੇ ਜਿਹਨੂੰ ਭਾਈ ਗੁਰਦਾਸ ਜੀ ਨੇ ਕਹਿ ਦਿੱਤਾ, ਚਰਨ ਸ਼ਰਨ ਗੁਰੂ ਏਕ ਪਿੰਡਾ ਜਾਏ ਚਲ। ਕਹਿੰਦੇ ਹਾਂ ਗੁਰੂ ਕਰੋੜਾਂ ਕਦਮ ਚੱਲੇਗਾ, ਪਰ ਸ਼ਰਤ ਇਹ ਹੈ ਕਿ ਤੈਨੂੰ ਪਹਿਲਾਂ ਇੱਕ ਕਦਮ ਚੱਲਣਾ ਪਵੇਗਾ। ਤੂੰ ਕਵੇਂ ਮੈਂ ਚੱਲਣਾ ਹੀ ਨਹੀਂ ਆ। ਇਸ ਗੱਲ ਨੂੰ ਭਗਤ ਕਬੀਰ ਜੀ, ਕਬੀਰ ਸਾਚਾ, ਮੈਂ ਬੇਨਤੀ ਕਰਾਂ ਕਿਸੇ ਪਖੰਡੀ ਦੀ ਗੱਲ ਨਹੀਂ ਕਰ ਰਹੇ ਭਗਤ ਕਬੀਰ ਜੀ, ਸੱਚੇ ਸਤਿਗੁਰੂ ਦੀ ਗੱਲ ਕਰ ਰਹੇ ਹਨ। ਕਬੀਰ ਸਾਚਾ ਸਤਿਗੁਰ ਕਿਆ ਕਰੇ, ਜਦ ਸਿੱਖਾਂ ਮੈਂ ਚੂਕ ਅੰਧੇ ਏਕ ਨਾ ਲਾਗੇ ਜੋ ਬਾਂਸ ਵਜਾਈਏ ਫੂਕ। ਕਹਿੰਦੇ ਜਦੋਂ ਸਿੱਖ ਦੀ ਹਾਲਤ ਇਹੋ ਜਿਹੀ ਹੈ, ਕਹਿੰਦੇ ਜਿਵੇਂ ਬਾਂਸ ਦੀ ਹਾਲਤ ਹੁੰਦੀ ਹੈ। ਹੁਣ ਬਾਂਸ ਦਾ ਜ਼ਿਕਰ ਪਤਾ ਕਿਉਂ ਕੀਤਾ? ਬਾਂਸ ਦੇ ਵਿੱਚ ਇੱਕ ਬਹੁਤ ਵੱਡਾ ਔਗਣ ਹੈ, ਉਹਦੇ ਇੱਕ ਪਾਸੇ ਫੂਕ ਮਾਰੋ ਦੂਜੇ ਪਾਸੇ ਨਿਕਲ ਜਾਂਦੀ ਹੈ। ਉਹ ਕਹਿੰਦੇ ਜਦੋਂ ਮੈਂ ਬੰਦੇ ਨੂੰ ਦੇਖਦਾ, ਇਹਦੀ ਵੀ ਹਾਲਤ ਇਹੀ ਹੈ। ਗੁਰੂ ਦੇ ਦਰ ਤੇ ਆਂਦਾ, ਇੱਕ ਕੋਲੋਂ ਸੁਣਦਾ, ਬਾਹਰ ਨਿਕਲਿਆ, ਅੱਬਲ ਤਾਂ ਜੋੜੇ ਪਾਏ, ਜਾਂ ਵੱਧ ਤੋਂ ਵੱਧ ਲੰਗਰ ਦਾ ਗਿਆ, ਸਾਰਾ ਕੁਛ ਇਹਨੂੰ ਭੁੱਲਿਆ ਹੋਇਆ ਹੁੰਦਾ, ਕੁਝ ਵੀ ਯਾਦ ਨਹੀਂ ਹੁੰਦਾ। ਇਸ ਕਰਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਮਾਂ ਜਦੋਂ ਮੈਂ ਸੰਗਤ ਵਿੱਚ ਗਿਆ ਨਾ, ਕਹਿੰਦੇ ਪਹਿਲੀ ਗੱਲ ਮੈਨੂੰ ਇਹ ਸੁਣਨ ਨੂੰ ਮਿਲੀ ਕਿ ਭਗਤੀ ਨੇ ਸਾਥ ਦੇਣਾ ਹੈ। ਜਪੋ ਸਤਨਾਮ 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 ਜੀ, ਵਾਹਿਗੁਰੂ ਵਾਹਿਗੁਰੂ ਵਾਹਿ। ਜਪੋ ਸਤਨਾਮ 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 ਜੀ, ਵਾਹਿਗੁਰੂ 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 ਜੀ। ਬੈਠ ਜਾਓ। ਤੇ ਆਪਾਂ ਵਿਚਾਰ ਕਰ ਰਹੇ ਸੀ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਮਾਂ ਜਦੋਂ ਮੈਂ ਸੰਗਤ ਵਿੱਚ ਗਿਆ ਨਾ, ਉੱਥੇ ਦੋ ਗੱਲਾਂ ਮੈਨੂੰ ਸੁਣਨ ਨੂੰ ਮਿਲੀਆਂ। ਕਹਿੰਦੇ ਪਹਿਲੀ ਗੱਲ ਮੈਨੂੰ ਇਹ ਸੁਣਨ ਨੂੰ ਮਿਲੀ ਕਿ ਭਗਤੀ ਨੇ ਸਾਥ ਦੇਣਾ, ਹੋਰ ਕਿਸੇ ਨੇ ਸਾਥ ਨਹੀਂ ਦੇਣਾ। ਜਿਹੜੇ ਸੁਖਮਨੀ ਸਾਹਿਬ ਦਾ ਪਾਠ ਕਰਦੇ ਪੜ੍ਹਦੇ ਹੁੰਦਾ ਕਿ ਜਹ ਮਾਤ ਪਿਤਾ ਸੁਤ ਮੀਤ ਨਾ ਪਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਕਹਿੰਦੇ ਮਾਂ ਜਦੋਂ ਮੈਨੂੰ ਇਹ ਸੁਣਨ ਨੂੰ ਮਿਲਿਆ ਕਿ ਭਗਤੀ ਨੇ ਸਾਥ ਦੇਣਾ, ਕਹਿੰਦੇ ਮਾਂ ਮੈਨੂੰ ਭਗਤੀ ਚੰਗੀ ਚੰਗੀ ਲੱਗਣੀ ਸ਼ੁਰੂ ਹੋ ਗਈ। ਕਹਿੰਦੇ ਮਾਂ ਦੂਜੀ ਗੱਲ ਮੈਨੂੰ ਇਹ ਸੁਣਨ ਨੂੰ ਮਿਲੀ, ਜੇ ਆਪ ਜੀ ਨੇ ਧਿਆਨ ਬਹੁਤ ਰੱਖਣ ਦਾ ਨਹੀਂ ਤਾਂ ਆਪਾਂ ਸਮਾਪਤੀ ਵੀ ਕਰ ਸਕਦੇ ਹਾਂ। ਥੋੜੀ ਜਿਹੀ ਇਕਾਗਰਤਾ ਬਣਾ ਕੇ ਰੱਖੋ। ਕਹਿੰਦੇ ਕਿ ਮਾਂ ਦੂਜੀ ਗੱਲ ਮੈਨੂੰ ਇਹ ਸੁਣਨ ਨੂੰ ਮਿਲੀ ਕਿ ਅੰਦਰੋਂ ਵਿਕਾਰਾਂ ਨੂੰ ਕੱਢੋ, ਅੰਦਰੋਂ ਬੁਰਾਈਆਂ ਨੂੰ ਛੱਡੋ। ਕਈ ਵਾਰੀ ਬੰਦਾ ਪਤਾ ਕੀ ਹੁੰਦਾ ਸਤਸੰਗੀ ਜਦੋਂ ਨਿਤਨੇਮ ਵੀ ਕਰੀ ਜਾਂਦਾ, ਬਾਣੀ ਵੀ ਪੜ੍ਹੀ ਜਾਂਦਾ, ਸਿਮਰਨ ਵੀ ਕਰੀ ਜਾਂਦਾ, ਪਰ ਨਾਲ ਦੀ ਨਾਲ ਬੁਰਾਈਆਂ ਵੀ ਕਰੀ ਜਾਂਦਾ। ਤਾਂ ਜਿਹੜੇ ਨਿਤਨੇਮ ਕਰਦੇ ਰੋਜ਼ ਇਹਨਾਂ ਪੰਕਤੀਆਂ ਨੂੰ ਪੜ੍ਹਦੇ ਹਨ, ਜਿਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜਿਉ ਤਾਂ ਮੈਲੇ, ਤਿੰਨੀ ਜਨਮ ਜੂਏ ਹਾਰੇ। ਗੁਰੂ ਸਾਹਿਬ ਕਹਿੰਦੇ ਮੈਂ ਬੰਦੇ ਨੂੰ ਦੇਖਦਾ, ਕਹਿੰਦੇ ਬਾਹਰੋਂ ਤਾਂ ਬੜਾ ਨਿਰਮਲ ਦਿਖਦਾ, ਹੱਥ 'ਚ ਗੁਟਕਾ, ਦਾੜੀ ਵੀ ਰੱਖੀ ਹੋਈ ਹੈ, ਕਿਰਪਾਨ ਵੀ ਪਾਈ ਹੋਈ ਹੈ, ਸਾਰਾ ਕੁਝ ਕੀਤਾ ਹੋਇਆ, ਪਰ ਕਹਿੰਦੇ ਅੰਦਰ ਦੇ ਵਿਚਾਰ ਉਹਦੇ ਬੜੇ ਗਲਤ ਹਨ। ਗੁਰੂ ਸਾਹਿਬ ਕਹਿੰਦੇ ਜਿਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜਿਉ ਤਾਂ ਮੈਲੇ, ਤਿੰਨੀ ਜਨਮ ਜੂਏ ਹਾਰੇ। ਕਹਿੰਦੇ ਇਹੋ ਜਿਹੇ ਬੰਦੇ ਤਾਂ ਆਪਣਾ ਜਨਮ ਜੂਏ ਦੇ ਵਿੱਚ ਹੀ ਹਾਰ ਗਏ। ਕਹਿੰਦੇ ਮਾਂ ਦੂਜੀ ਗੱਲ ਮੈਨੂੰ ਪਤਾ ਕੀ ਸੁਣਨ ਨੂੰ ਮਿਲੀ ਕਿ ਅੰਦਰੋਂ ਵਿਕਾਰਾਂ ਨੂੰ ਕੱਢੋ।
ਕਈ ਵਾਰੀ ਮੁੱਖ ਵਾਕ ਬੜਾ ਸੋਹਣਾ ਆਉਂਦਾ, ਭਾਂਡਾ ਧੋਏ ਬੈਸ ਧੂਪ ਦੇਵੋ ਤੋ ਬੁੱਧੇ ਕੋ ਜਾਵੋ। ਉਹ ਕਹਿੰਦੇ ਮਾਈਆਂ ਦੁੱਧ ਲੈਂਦੀਆਂ ਹਨ, ਕਹਿੰਦੇ ਪਤਾ ਕੀ ਕਰਦੇ, ਪਹਿਲਾਂ ਭਾਂਡੇ ਨੂੰ ਧੋਂਦੀਆਂ ਹਨ। ਸਿਆਣਿਆਂ ਨੇ ਕਿਹਾ ਜਿਹੜਾ ਵਾਹਿਗੁਰੂ ਵਾਹਿਗੁਰੂ ਜਪ ਰਹੇ ਹੋ, ਜਿਹੜੇ ਹਿਰਦੇ ਰੂਪੀ ਭਾਂਡੇ 'ਚ ਟਿਕਣਾ ਹੈ, ਉੱਥੇ ਪਹਿਲਾਂ ਦੇਖਦਾ ਲਵੋ ਪਿਆ ਕੀ ਹੋਇਆ। ਬੜਾ ਸੋਹਣਾ ਦ੍ਰਿਸ਼ਟਾਂਤ ਦਿੱਤਾ ਭਗਤ ਰਵਿਦਾਸ ਜੀ ਦੇ ਕੋਲ ਕੋਈ ਗੁਰਮੁਖ ਪਿਆਰਾ ਆਇਆ, ਆ ਕੇ ਕਹਿਣ ਲੱਗਾ ਜੀ ਮੈਨੂੰ ਨਾਮ ਦੇ ਦਿਓ। ਭਗਤ ਰਵਿਦਾਸ ਜੀ ਕਹਿੰਦੇ ਸੇਵਾ ਕਰ। ਥੋੜੇ ਕੁ ਦਿਨ ਉਹਨੇ ਸੇਵਾ ਕੀਤੀ, ਫਿਰ ਕਹਿੰਦਾ ਜੀ ਮੈਨੂੰ ਨਾਮ ਦੇ ਦਿਓ। ਭਗਤ ਰਵਿਦਾਸ ਜੀ ਫਿਰ ਕਹਿੰਦੇ ਸੇਵਾ ਕਰ। ਤੀਜੀ ਵਾਰੀ ਜਦੋਂ 15-20 ਦਿਨ ਤੋਂ ਬਾਅਦ ਫਿਰ ਆ ਗਿਆ, ਕਹਿੰਦਾ ਜੀ ਫਲਾਨਾ ਆਇਆ ਉਹਨੂੰ ਤੁਸੀਂ ਨਾਮ ਦੇ ਦਿੱਤਾ, ਫਲਾਨਾ ਆਇਆ ਉਹਨੂੰ ਨਾਮ ਦੇ ਦਿੱਤਾ, ਮੈਨੂੰ 20 ਦਿਨ ਹੋ ਗਏ ਮੈਨੂੰ ਨਾਮ ਹੀ ਨਹੀਂ ਦਿੰਦੇ, ਮੈਨੂੰ ਟਰਕਾਈ ਜਾਂਦੇ ਹੋ ਕਿ ਸੇਵਾ ਕਰ ਸੇਵਾ ਕਰ। ਭਗਤ ਰਵਿਦਾਸ ਜੀ ਨੇ ਪਤਾ ਕੀ ਕੀਤਾ, ਬੜੇ ਵਿਅੰਗਮਈ ਢੰਗ ਦੇ ਨਾਲ ਉਹ ਚਮੜੇ ਦਾ ਕੰਮ ਕਰਦੇ ਸਨ, ਜਿਹ 'ਚ ਚਮੜਾ ਭਿਉਂਦੇ ਸਨ ਨਾ, ਕਹਿੰਦੇ ਉਹ ਬਰਤਨ ਦਾ ਪਾਣੀ ਡੋਲਿਆ, ਕਹਿੰਦੇ ਉਹਨੂੰ 5 ਪੈਸੇ ਦਿੱਤੇ, ਕਹਿੰਦੇ ਲੈ ਪਿਆਰਿਆ ਆ 5 ਪੈਸੇ ਦਾ ਇਸੇ ਬਰਤਨ ਵਿੱਚ ਦੁੱਧ ਪਵਾ ਲਿਆ, ਕਹਿੰਦੇ ਦੁੱਧ ਪੀ ਕੇ ਬਸ ਤੈਨੂੰ ਨਾਮ ਦੇ ਦਿੰਦੇ ਆ। ਤਾਂ ਉਹ ਕਹਿਣ ਲੱਗੇ ਜੀ ਮੈਂ ਉਹਨੂੰ ਮਾਂਜ ਲਵਾਂ। ਭਗਤ ਰਵਿਦਾਸ ਜੀ ਕਹਿੰਦੇ ਨਹੀਂ, ਕਹਿੰਦੇ ਗੰਦੇ ਭਾਂਡੇ 'ਚ ਪਵਾ ਕੇ ਲਿਆ। ਉਹ ਕਹਿੰਦਾ ਨਹੀਂ ਜੀ। ਭਗਤ ਰਵਿਦਾਸ ਜੀ ਕਹਿੰਦੇ ਕਿਉਂ ਮਾਂਜਣਾ? ਕਹਿੰਦੇ ਜੀ ਇਹ 'ਚ ਦੁੱਧ ਪਾਇਆ ਹੋਇਆ, ਕਹਿੰਦੇ ਖਰਾਬ ਹੋ ਜਾਏਗਾ। ਭਗਤ ਰਵਿਦਾਸ ਜੀ ਕਹਿੰਦੇ ਜਿਹੜਾ 5 ਪੈਸੇ ਦਾ ਦੁੱਧ ਹੈ ਗੰਦੇ ਭਾਂਡੇ 'ਚ ਨਹੀਂ ਪਵਾਉਂਦਾ, ਕਹਿੰਦੇ ਜਿਹੜੇ ਨਾਮ ਦੀ ਗੱਲ ਕਰ ਰਹੇ ਆ, ਕਹਿੰਦੇ ਜਿਹੜੇ ਹਿਰਦੇ ਰੂਪੀ ਘਰ ਦੇ ਵਿੱਚ ਟਿਕਣਾ। ਇਸੇ ਕਰਕੇ ਗੁਰੂ ਸਾਹਿਬ ਨੇ ਸਿੱਖ ਨੂੰ ਵੀ ਕਿਹਾ, ਕਹਿੰਦੇ ਜਦੋਂ ਤੂੰ ਸੇਵਾ ਕਰੇਗਾ ਨਾ, ਮੈਂ ਬੇਨਤੀ ਕਰਾਂ ਅੱਜ ਤਾਂ ਸਾਡੀਆਂ ਸੇਵਾ ਹੀ ਖਤਮ ਹੁੰਦੀਆਂ ਜਾ ਰਹੀਆਂ, ਡਿਸਪੋਜ਼ੇਬਲ ਚੱਲ ਪਿਆ। ਕੋਈ ਆਪਾਂ ਸਾਧਨ ਉਹ ਜਿਹਾ ਤਾਂ ਜੁਟਾ ਨਹੀਂ ਰਹੇ ਆ ਸਤਸੰਗੀ ਜਨੋਂ ਕਿ ਜਿਹਦੇ ਨਾਲ ਸੇਵਾ ਵੱਧ ਜਾਏ। ਅੱਗੇ ਜੋੜਿਆਂ ਦੀ ਸੇਵਾ ਕੀਤੀ ਜਾਂਦੀ ਸਨ, ਹੁਣ ਦੀਆਂ ਸੰਗਤਾਂ ਦਾ ਕਮਾਲ ਕਰੀ ਜਾਂਦੀਆਂ, ਜੋੜੇ ਵੀ ਕਈ ਲੰਗਰ ਘਰ ਦੇ ਵਿੱਚ। ਕਿੱਥੇ ਰਹਿ ਗਈਆਂ ਗੁਰੂ ਸਿੱਖੀ ਦੀਆਂ, ਕਿੱਥੇ ਰਹਿ ਗਈਆਂ ਰੱਬ ਦੀਆਂ ਪ੍ਰਾਪਤੀ ਦੀਆਂ? ਬਸ ਫੈਸ਼ਨ ਦੇ ਵਿੱਚ ਫਸ ਕੇ ਰਹਿ ਗਿਆ। ਮੈਂ ਬੇਨਤੀ ਕਰਾਂ ਜਿੱਦਣ ਰੱਬ ਨੇ ਲੇਖੇ ਜੋਖੇ ਮੰਗੇ ਨਾ, ਇਹ ਫੈਸ਼ਨ ਫੂਸ਼ਨ ਨੇ ਕਿਸੇ ਨੇ ਸਾਥ ਨਹੀਂ ਦੇਣਾ। ਜਿਨ੍ਹਾਂ ਦੇ ਵਾਸਤੇ ਫੈਸ਼ਨ ਕੀਤੇ ਜਾਂਦੇ ਹਨ, ਤੇ ਆਪਾਂ ਇਹਨਾਂ ਨੂੰ ਤਕਰੀਬਨ ਪਤਾ ਕੀ ਕਹਿੰਦੇ ਸਤਸੰਗੀ ਜਨੋਂ, ਜਿਹੜੇ ਫੈਸ਼ਨ ਕੀਤੇ ਜਾਂਦੇ ਹਨ ਉਹ ਕੋਈ ਵੀ ਕਰੇ ਸਤਸੰਗੀ ਜਨੋਂ, ਤਾਂ ਇਹਨੂੰ ਆਪਾਂ ਤਕਰੀਬਨ ਜਿਹੜਾ ਨਾਮ ਦਿੰਦੇ ਹਾਂ, ਇਹ ਨਾਮ ਦਿੰਦੇ ਹਾਂ ਕਿ ਕਾਹਦੇ ਵਾਸਤੇ? ਆਪਾਂ ਇਹ ਕਹਿੰਦੇ ਹਾਂ ਕਿ ਇਹ ਬੰਦਾ ਜਿਹੜਾ ਹੈ ਇਹ ਫਲਾਣੇ ਵਾਸਤੇ। ਰੱਬ ਨੂੰ ਇਹ ਫੈਸ਼ਨ ਫੂਸ਼ਨਾਂ ਤੱਕ ਕੋਈ ਵਾਸਤਾ ਨਹੀਂ, ਰੱਬ ਨੂੰ ਵਾਸਤਾ ਹੈ ਹਿਰਦੇ ਤੱਕ। ਤਾਂ ਜਿਹੜੀਆਂ ਲੋਕਾਂ ਵਾਸਤੇ ਆਪਾਂ ਫੈਸ਼ਨਾਂ ਦੇ ਵਿੱਚ 10 ਅੱਜ ਘਰ ਦੇ ਵਿੱਚ ਸੀ। ਮੈਂ ਕੱਲ ਲੰਗਰ 'ਚ ਜਾ ਕੇ ਬੈਠਾ, ਮੈਂ ਦੇਖਿਆ ਜਿਹੜੇ ਘਰ 'ਚ ਅਸੀਂ ਰੁਕਿਆ ਉਹਨਾਂ ਦੀਆਂ ਬੀਬੀਆਂ ਵੀ ਜੋੜੇ ਪਾਈ ਫਿਰਦੀਆਂ। ਮੈਂ ਅੱਜ ਉਹਨਾਂ ਨੂੰ ਕਿਹਾ, ਮੈਂ ਕਿ ਹੁਣ ਤੁਸੀਂ ਕਹੋਗੇ ਜੇ ਉਹ ਫਲਾਨੀ ਪਾਈ ਫਿਰਦੀ ਹੈ, ਫਲਾਨੀ ਪਾਈ ਫਿਰਦੀ ਹੈ। ਧਰਮ ਇੰਡੀਵਿਜੂਅਲ ਹੈ, ਧਰਮ ਵਿਅਕਤੀਗਤ ਹੈ। ਧਰਮ ਇਹ ਨਹੀਂ ਕਹਿੰਦਾ ਕਿ ਤੂੰ ਕੀ ਕਰ ਰਿਹਾ। ਕਬੀਰ ਜੀ ਨੇ ਕਿੰਨਾ ਸੋਹਣਾ ਕਿਹਾ, ਕਬੀਰ ਕਹਿੰਦੇ ਮਨ ਜਾਣਤ ਸਭ ਬਾਤ, ਕਹਿੰਦੇ ਮਨ ਨੂੰ ਸਭ ਕੁਝ ਪਤਾ ਠੀਕ ਕੀ ਹੈ। ਇਹ ਨਹੀਂ ਹੈ ਕਿ ਜਿਹੜੇ ਅਸੀਂ ਜੋੜੇ ਪਾ ਕੇ ਜਾਂਦੇ ਸਾਨੂੰ ਇਹ ਨਹੀਂ ਪਤਾ ਗੁਰੂ ਨੇ ਮਰਜ਼ਾਦਾ ਕੀ ਬਣਾਈ ਹੋਈ ਹੈ, ਸਭ ਕੁਝ ਪਤਾ। ਤੇ ਭਗਤ ਕਬੀਰ ਜੀ ਕਹਿੰਦੇ ਮੈਨੂੰ ਕੋਈ ਕਿਸੇ ਦਾ ਡਰ ਨਹੀਂ ਹੈ। ਵੱਧ ਤੋਂ ਵੱਧ ਇਹ ਹੋ ਜਾਏਗਾ ਕਮੇਟੀ ਕਹੇਗੀ ਜੀ ਅਗਲੀ ਵਾਰੀ ਇੱਥੇ ਕਥਾ ਨਾ ਕਰਿਓ। ਤੇ ਸਾਧੂਆਂ ਨੂੰ ਸਾਧੂ ਬਾਬਾ ਨੰਦ ਸਿੰਘ ਜੀ ਨੇ ਜਿਹੜਾ ਨਾਮ ਰੱਖਿਆ ਨਾ, ਜਿਹੜੇ ਉਸ ਲਾਈਨ ਚੱਲਦੇ ਹਨ ਉਹਨਾਂ ਦਾ ਨਾਮ ਰੱਖਿਆ ਬਿਹੰਗਮ। ਬਿਹੰਗਮ ਦੇ ਅਰਥ ਹਨ ਪੰਛੀ। ਪੰਛੀ ਕੇ ਵਿਚਾਰੇ ਦਾ ਇੱਕ ਦਾ ਘੌਂਸਲਾ ਢਾਤਾ, ਉੱਡ ਕੇ ਵਿਚਾਰਾ ਦੂਜੇ ਦਰਖਤ ਤੇ ਬਹਿ ਜਾਂਦਾ, ਦੂਜੇ ਦਾ ਢਾਤਾ। ਪਰ ਜੇਕਰ ਮੈਂ ਬੇਨਤੀ ਕਰਾਂ, ਅਸੀਂ ਕਮੇਟੀਆਂ ਵਾਲੇ ਲੋਕ, ਅਸੀਂ ਇੰਤਜ਼ਾਮ ਕਰਨ ਵਾਲੇ ਲੋਕ ਸੱਚ ਨੂੰ ਸੁਣਨ ਨੂੰ ਤਿਆਰ ਨਹੀਂ ਹੈ, ਤੇ ਅੱਜ ਜਿਹੜੀ ਸਿੱਖ ਜਗਤ ਦੀ ਦੁਰਦਸ਼ਾ ਹੋ ਰਹੀ ਹੈ ਉਹ ਤੁਹਾਡੇ ਸਾਹਮਣੇ ਹੈ। ਜੇ ਅਸੀਂ ਨਹੀਂ ਇਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਤਾਂ ਕੌਣ ਸੁਧਾਰੇਗਾ ਸਤਸੰਗੀ ਜਨੋਂ? ਤਾਂ ਇਸ ਕਰਕੇ ਮੈਂ ਆਪ ਜੀ ਨੂੰ ਬੇਨਤੀ ਕਰਾਂ ਕਿ ਜਿਹੜਾ ਧਰਮ ਹੈ ਇਹ ਹੈ ਇੰਡੀਵਿਜੂਅਲ, ਇਹ ਹੈ ਵਿਅਕਤੀਗਤ। ਕਿ ਮੈਂ ਕੀ, ਕਬੀਰ ਜੀ ਕਹਿੰਦੇ ਕਬੀਰ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ, ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੇ। ਕਹਿੰਦੇ ਹੱਥ ਦੀਵਾ ਬਲਦਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਮਾਂ, ਕਹਿੰਦੇ ਜਿਹੜਾ ਕਹਿੰਦੇ ਮੈਂ, ਕਹਿੰਦੇ ਅੰਦਰੋਂ ਮੈਨੂੰ ਗੁਰੂ ਸਾਹਿਬ ਸੰਗਤ ਵਿੱਚ ਕਹਿੰਦੇ ਹਨ ਕਿ ਅੰਦਰੋਂ ਵਿਕਾਰਾਂ ਨੂੰ ਕੱਢੋ, ਅੰਦਰੋਂ ਬੁਰਾਈਆਂ ਨੂੰ ਕੱਢੋ। ਕਹਿੰਦੇ ਮਾਂ ਜਦੋਂ ਮੈਂ ਅੰਦਰੋਂ ਬੁਰਾਈਆਂ ਨੂੰ ਕੱਢਿਆ, ਕਹਿੰਦੇ ਫਿਰ ਪਤਾ ਕੀ ਹੋਇਆ? ਕਹਿੰਦੇ ਮਾਂ ਜਿਹੜਾ ਪਰਮਾਤਮਾ ਦਾ ਨਾਮ ਸੀ, ਜਿਹੜਾ ਮੈਂ ਭਗਤੀ ਕਰਦਾ ਸੀ, ਉਹ ਮੇਰੇ ਅੰਦਰ ਟਿਕਣਾ ਸ਼ੁਰੂ ਹੋ ਗਿਆ। ਮਾਤਾ ਜੀ ਕਹਿਣ ਲੱਗੇ ਬੇਟਾ ਨਾਨਕ ਗੁਰੂ ਸਾਹਿਬ ਦੇ ਸਾਹਾ ਸੰਜੋਗ ਵਿਆਹੋ ਵਿਜੋਗ। ਮਾਤਾ ਜੀ ਕਹਿੰਦੇ ਬੇਟਾ ਬਸ ਇੱਕ ਅਖੀਰਲੀ ਗੱਲ ਰਹਿ ਗਈ ਬੇਟਾ, ਉਹ ਗੱਲ ਇਹ ਹੈ ਕਿ ਸੁਲੱਖਣੀ ਨੇ 2 ਬੱਚਿਆਂ ਨੂੰ ਵੀ ਜਨਮ ਦਿੱਤਾ ਹੈ, 2 ਪੁੱਤਰਾਂ ਨੂੰ ਵੀ ਜਨਮ ਦਿੱਤਾ ਹੈ। ਤੇ ਇਹ ਜਿਹੜੀ ਤੂੰ ਕਹਿਣਾ ਹੈ ਭਗਤੀ, ਕਿ ਇਸਨੇ ਕਿਸੇ ਪੁੱਤਰ ਨੂੰ ਵੀ ਜਨਮ ਦਿੱਤਾ ਹੈ? ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ ਹਾਂ ਮਾਂ,
ਕਹਿੰਦੇ ਇਹਨੇ ਪੁੱਤਰ ਨੂੰ ਵੀ ਜਨਮ ਦਿੱਤਾ ਹੈ। ਮਾਤਾ ਜੀ ਕਹਿੰਦੇ ਕਿਹੜੇ ਪੁੱਤਰ ਨੂੰ ਜਨਮ ਦਿੱਤਾ ਹੈ? ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਅਖੀਰ ਦੀ ਅੱਧੀ ਪੰਕਤੀ ਕਹਿੰਦੇ ਮਾਂ ਸੱਚ ਸੰਤਤ ਕੋ ਨਾਨਕ ਜੋ, ਕਹਿੰਦੇ ਮਾਂ ਇਹ ਭਗਤੀ ਰੂਪੀ ਕਾਮਣ ਨੇ ਸੱਚ ਰੂਪੀ ਪੁੱਤਰ ਨੂੰ ਜਨਮ ਦਿੱਤਾ ਹੈ, ਪਰਮਾਤਮਾ ਰੂਪੀ ਪੁੱਤਰ ਨੂੰ ਜਨਮ ਦਿੱਤਾ ਹੈ, ਈਸ਼ਵਰ ਰੂਪੀ ਪੁੱਤਰ ਨੂੰ ਜਨਮ ਦਿੱਤਾ ਹੈ। ਤੇ ਸਤਸੰਗੀ ਜਨੋ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਇਹ ਸ਼ਬਦ ਤਫਸੀਲ ਕਰਨ ਤੋਂ ਉਚਾਰਨ ਤੋਂ ਭਾਵ ਇਹ ਮਤਲਬ ਕਿ ਜਿੱਥੇ ਸਤਸੰਗ ਹੋਏਗਾ ਉੱਥੇ ਸ਼ੁਭ ਮਤ ਹੋਏਗੀ, ਜਿੱਥੇ ਸ਼ੁਭ ਮਤ ਹੋਏਗੀ ਉੱਥੇ ਜੀਵਨ ਵਿੱਚ ਸੰਤੋਖ ਹੋਏਗਾ, ਜਿੱਥੇ ਜੀਵਨ ਵਿੱਚ ਸੰਤੋਖ ਹੋਏਗਾ ਉੱਥੇ ਆਪਣੀ ਪਰਾਲਬਤ ਤੇ ਭਰੋਸਾ ਹੋਏਗਾ, ਜਿੱਥੇ ਪਰਾਲਬਤ ਤੇ ਭਰੋਸਾ ਹੋਏਗਾ ਉੱਥੇ ਸੁਰਤ ਵਿੱਚ ਇਕਾਗਰਤਾ ਹੋਏਗੀ, ਜਿੱਥੇ ਸੁਰਤ ਵਿੱਚ ਇਕਾਗਰਤਾ ਹੋਏਗੀ ਉੱਥੇ ਇਨਸਾਨ ਦੇ ਅੰਦਰ ਇੱਕ ਗਿਆਨ ਪੈਦਾ ਹੋਏਗਾ। ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗਿਆਨ ਨੂੰ ਪੁਰਸ਼ ਮੰਨਿਆ, ਭਗਤੀ ਨੂੰ ਪਤਨੀ ਮੰਨਿਆ, ਤੇ ਧਰਮ ਇਹ ਗੱਲ ਮੰਨਦਾ ਜਿਸ ਹਿਰਦੇ ਰੂਪੀ ਘਰ ਦੇ ਵਿੱਚ ਭਗਤੀ ਰੂਪੀ ਪਤਨੀ ਆ ਜਾਏ ਤੇ ਗਿਆਨ ਰੂਪੀ ਪਤੀ ਆ ਜਾਏ, ਦੋਨਾਂ ਦੇ ਸੰਯੋਗ ਦੇ ਨਾਲ ਸੱਚ ਰੂਪੀ ਪੁੱਤਰ ਦਾ ਜਨਮ ਹੁੰਦਾ ਹੈ, ਈਸ਼ਵਰ ਰੂਪੀ ਪੁੱਤਰ ਦਾ ਜਨਮ ਹੁੰਦਾ ਹੈ। ਸੋ ਆਪਾਂ ਪੰਕਤੀ ਲਈ ਸੀ ਕਿ ਮਨੁੱਖਾ ਜੀਵਨ ਮਿਲਿਆ ਪਰਮਾਤਮਾ ਦੀ ਪ੍ਰਾਪਤੀ ਵਾਸਤੇ। ਬਾਣੀ ਦੇ ਅੰਦਰ ਗੁਰੂ ਸਾਹਿਬ ਜੀ ਨੇ ਜਗ੍ਹਾ ਜਗ੍ਹਾ ਤੇ ਰੱਬ ਦੀ ਪ੍ਰਾਪਤੀ ਕਿਸ ਢੰਗ ਨਾਲ ਹੋ ਸਕਦੀ ਹੈ ਉਹ ਸਾਡੇ ਸਾਹਮਣੇ ਗੁਰੂ ਪਾਤਸ਼ਾਹ ਜੀ ਨੇ ਆਪਣੇ ਬਚਨਾਂ ਦੇ ਰਾਹੀਂ ਸਾਡੇ ਸਾਹਮਣੇ ਰੱਖਿਆ ਹੈ। ਜਦੋਂ ਗੁਰਬਾਣੀ ਦੇ ਉੱਪਰ ਵਿਚਾਰ ਕਰਕੇ ਆਪਾਂ ਉਸ ਮਾਰਗ ਤੇ ਚੱਲਾਂਗੇ, ਉਸ ਸਦਕਾ ਹੀ ਸਾਡੇ ਸਾਰਿਆਂ ਦਾ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀਆਂ ਰਹਿਮਤਾਂ ਬਖਸ਼ਿਸ਼ਾਂ ਆਸ਼ੀਰਵਾਦਾਂ ਸਾਡੀ ਝੋਲੀ 'ਚ ਪੈਣਗੀਆਂ। ਸੋ ਸਤਸੰਗੀ ਜਨੋ, ਸਮਾਪਤੀ ਹੈ। ਕੱਲ ਨੂੰ ਕੋਸ਼ਿਸ਼ ਕਰਾਂਗੇ ਕਿ ਆਪਾਂ ਆਨੰਦ ਦੀ ਗੱਲ ਜਿਹੜੀ ਸ਼ੁਰੂ ਦੇ ਵਿੱਚ ਕੀਤੀ ਸੀ ਕਿ ਆਨੰਦ ਸਾਹਿਬ ਕਿਉਂ ਪੜਿਆ ਜਾਂਦਾ ਹੈ, ਇਹ ਇੱਕ ਸਵਾਲ ਹੈ, ਪਰ ਆਨੰਦ ਤੱਕ ਪਹੁੰਚਣਾ ਕਿਵੇਂ ਹੈ? ਜਿਵੇਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੁੱਛ ਬੁੱਧੀ ਅਨੁਸਾਰ ਆਪ ਰੱਬ ਵਰਗੀਆਂ ਸੰਗਤਾਂ ਦੇ ਨਾਲ ਵਿਚਾਰ ਦੀ ਸਾਂਝ ਪਵਾਉਣਗੇ, ਉਵੇਂ ਆਪਾਂ ਪਾਉਣ ਦੀ ਕੋਸ਼ਿਸ਼ ਕਰਾਂਗੇ। ਹੋਈਆਂ ਭੁੱਲਾਂ ਦੀ ਮਾਫੀ ਦਿਓ, ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪੇ ਸਤਿਗੁਰ ਤੈ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਪਰੀਆਂ, ਸ਼ਬਦੋਤ ਗਾਵੋ ਹਰੀ ਕੇਰਾ। ਮਨ ਜਿਨੀ ਵਸਾਇਆ, ਕਹੇ ਨਾਨਕ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰੋ, ਹਰ ਨਾਲ ਰੋ ਤੂੰ ਮਨ ਮੇਰੇ। ਦੁਖ ਸਭ ਅੰਗੀਕਾਰ ਹੋ ਕਰੇ ਤੇਰਾ, ਕਾਰਜ ਸਭ ਸਵਾਰਨਾ। ਸਭਨਾ ਗਲਾਂ ਸਮਰੱਥ ਸੁਆਮੀ, ਕਹੇ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ। ਸਾਚੇ ਸਾਹਿਬਾ ਕਰਤਾ ਤੇਰੇ ਸਭ ਕਿਛ ਹੈ, ਜਿਸ ਤੇ ਵੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਕਰ ਸ਼ਾਂਤ ਸੁਖ ਮਨਾਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਜਿਸ ਦੀਆਂ ਇਹ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ। ਪੰਜ ਦੂਤ ਦਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ ਸੇ, ਕਹੇ ਨਾਨਕ ਤੈ ਸਕੋਆ। ਤਿਤ ਕਰ ਅਨਹਦ ਬਾਜੇ, ਆਨੰਦ ਸੁਨੋ ਵਡ ਭਾਗਿਓ। ਸਗਲ ਮਨੋਰਥ ਪਾਰ ਬ੍ਰਹਮ ਪ੍ਰਭ ਪਾਇਆ। ਉਤਰੇ ਸਗਲ ਦੁਖ ਰੋਗ ਸੰਤਾਪ, ਉਤਰੇ ਸੋਹਣੀ ਸੱਚੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ
सुनते पुनीत कहते पवित, सतगुर रिहा भरपूरे। बिनवंत नानक गुर चरण लागे, वाजे अनहद तू। सुनते पुनीत कहते पवित, सतगुर रिहा भरपूरे। बिनवंत नानक गुर चरण लागे, वाजे अनहद तूरे। वाहिगुरु जी का खालसा, वाहिगुरु जी की फतेह। तू ठाकुर।